चलिए वचन नोट करो। पहला राजा 19 अध्याय ਉਹਦਾ 7 वचन तो। पहला राजा 19 अध्याय ਉਹਦਾ 7 वचन। इधर इस वचन के द्वारा असी अज अपने परमेश्वर ਨੂੰ समझना, जिस परमेश्वर के पिछे असी निकल आए हैं, जिस परमेश्वर ਨੂੰ समझण ਲਈ असी वचन सीखते, ਜਿਹਨੂੰ जानने ਲਈ वचन सीख रहे, ਜਿਹਦੀ संगति 'ਚ ਅਸੀਂ बैठे हैं, उस परमेश्वर ਨੂੰ जानना। ਉਹ परमेश्वर ਜਦੋਂ ਸਾਡੇ ਜੀਵਨ 'ਚ ਆਉਂਦਾ ਕੀ ਕੁਛ ਕਰਦਾ, ਉਹਦੇ ਆਉਣ ਦੇ ਨਾਲ ਸਾਡੇ ਜੀਵਨ 'ਚ ਕੀ ਹਲਚਲ ਹੁੰਦੀ। ਦੁਨੀਆ ਅੱਜ ਕੀ ਸਮਝਦੀ परमेश्वर ਜਦੋਂ ਅਸੀਂ ਜੀਵਨ 'ਚ ਆਉਂਦਾ ਤੇ ਕੀ ਹੁੰਦਾ, ਪਰ ਇੱਕ ਮਸੀਹੀ ਕੀ ਸਮਝਦਾ ਉਹਦੇ ਬਾਰੇ ਜਦੋਂ ਸਾਡੇ ਜੀਵਨ 'ਚ ਆਉਂਦਾ। ਇਸ ਗੱਲ ਨੂੰ ਆਪਾਂ ਸਮਝਣਾ। ਪਹਿਲਾ ਰਾਜਾ 19 ਅਧਿਆਏ ਉਹਦਾ 7 ਵਚਨ। ਹਾਂਜੀ ਸਰ। ਯਹੋਵਾ ਦਾ ਦੂਤ ਉਸ ਦੇ ਕੋਲ ਫੇਰ ਆਇਆ ਜੀ ਅਤੇ ਉਸ ਨੂੰ ਟੁੰਬ ਕੇ ਆਖਿਆ, ਉੱਠ ਕੇ ਖਾ ਲੈ, ਕਿਉਂ ਜੋ ਪੰਥ ਤੇਰੇ ਲਈ ਬਹੁਤ ਲੰਮਾ ਹੈ। ਪੰਥ ਇੱਧਰ ਲਿਖਿਆ ਕਿ ਯਹੋਵਾ ਦਾ ਦੂਤ ਉਸ ਦੇ ਕੋਲ ਆਇਆ। ਕਿਸ ਦੇ ਕੋਲ ਆਇਆ? ਪ੍ਰਭੂ ਦੇ ਦਾਸ ਏਲੀਆ ਦੇ ਕੋਲ। ਜਿੱਦਾਂ ਤੁਹਾਡਾ ਨਾਮ ਰਾਜੂ ਜੀ ਆ, ਇਸੇ ਤਰੀਕੇ ਨਾਲ ਇੱਕ ਪ੍ਰਭੂ ਦੇ ਵਚਨ ਦੇ ਵਿੱਚ ਇੱਕ ਵਿਅਕਤੀ ਆ ਜਿਹਦਾ ਨਾਮ ਕੀ ਆ? ਏਲੀਆ। ਔਰ ਏਲੀਆ ਕੌਣ ਆ? ਪ੍ਰਭੂ ਦਾ ਦਾਸ ਹੈ, ਨਬੀ ਹੈ। ਏਲੀਆ ਦੇ ਕੋਲ ਸਵਰਗਦੂਤ ਆਇਆ, ਪ੍ਰਭੂ ਨੇ ਆਪਣਾ ਦੂਤ ਭੇਜਿਆ ਤੇ ਉਹਨੂੰ ਕੀ ਕਿਹਾ ਭਲਾ? ਉਹਨੂੰ ਟੁੰਬ ਕੇ ਆਖਿਆ, ਟੁੰਬਣਾ ਨੂੰ, ਉਹਨੂੰ ਟੁੰਬ ਕੇ ਆਖਿਆ ਕਿ ਉੱਠ ਤੇ ਕੀ ਕਰ ਲਾ ਬਣਾ? ਖਾ ਲਾ, ਕਿਉਂਕਿ ਪੰਥ ਤੇਰੇ ਲਈ ਕੀ ਆ? ਬੜਾ ਲੰਬਾ ਆ। ਦੁਬਾਰਾ ਇਸ ਵਚਨ ਨੂੰ ਪੜ੍ਹੀਏ। ਯਹੋਵਾ ਦਾ ਦੂਤ ਉਸ ਦੇ ਕੋਲ ਫੇਰ ਪਰਮੇਸ਼ਰ ਦਾ ਦੂਤ ਏਲੀਆ ਦੇ ਕੋਲ ਆਇਆ, ਹਾਂ, ਅਤੇ ਉਸ ਨੂੰ ਟੁੰਬ ਕੇ ਆਖਿਆ, ਏਲੀਆ ਨੂੰ ਟੁੰਬ ਕੇ ਆਖਿਆ, ਉੱਠ ਕੇ ਖਾ ਲੈ ਜੀ, ਕਿਉਂ ਜੋ ਪੰਥ ਤੇਰੇ ਲਈ ਬਹੁਤ ਲੰਮਾ ਹੈ। ਉੱਠ ਕੇ ਖਾ ਲਾ, ਪੰਥ ਤੇਰੇ ਲਈ ਕੀ ਆ ਭਲਾ? ਬਹੁਤ ਲੰਬਾ ਰਸਤਾ ਤੇਰੇ ਲਈ ਕੀ ਆ? ਉੱਠ ਕੇ ਖਾ ਲਾ। ਇਸੇ ਤਰੀਕੇ ਨਾਲ ਮੇਰੇ ਪਿਆਰੋ, ਅੱਜ ਪ੍ਰਭੂ ਆਪਣੇ ਦਾਸਾਂ ਦੇ ਦੁਆਰਾ ਸਾਨੂੰ ਆ ਕੇ ਕੀ ਕਰਦਾ ਭਲਾ? ਆਪਣੇ ਦਾਸ ਦੇ ਦੁਆਰਾ, ਆਪਣੇ ਵਚਨ ਦੇ ਦੁਆਰਾ ਕੀ ਕਰਦਾ? ਆ ਕੇ ਟੁੰਬਦਾ। ਇਹ ਜਿਹੜਾ ਹੁਣ ਮੈਂ ਵਚਨ ਬੋਲ ਰਿਹਾ, ਕੀ ਕਰ ਰਿਹਾ ਤੁਹਾਨੂੰ ਭਲਾ? ਤੁਹਾਨੂੰ ਟੁੰਬ ਰਿਹਾ ਆਪਣੇ ਵਚਨ ਦੇ ਦੁਆਰਾ। ਕੀ ਕਰੋ? ਵਚਨ ਨੂੰ ਖਾਓ, ਕਿਉਂਕਿ ਰਸਤਾ ਕੀ ਆ? ਕਿਹੜਾ ਰਸਤਾ? ਹੁਣ ਜਿਸ ਵਿੱਚ ਅਸੀਂ ਉਤਰ ਆਏ ਹਾਂ, ਇਸ ਰਸਤੇ 'ਚ ਚੱਲਣਾ ਤੇ ਕੀ ਕਰ ਲਓ? ਵਚਨ ਖਾ ਲਓ। ਇਸ ਸੰਸਾਰ ਦੇ 'ਚ ਅਗਰ ਅਸੀਂ ਚੱਲਣਾ ਹੈ ਤੇ ਸਾਨੂੰ ਕੀ ਖਾਣਾ ਪੈਣਾ? ਸਾਨੂੰ ਵਚਨ ਖਾਣਾ, ਵਚਨ ਸਿੱਖਣਾ ਪੈਣਾ। ਕਿਉਂਕਿ ਸੰਸਾਰ 'ਤੇ ਜੇ ਫਤਿਹਮੰਦ ਪਾਉਣਾ ਜੀਵਨ, ਅਸੀਂ ਜੇ ਸੰਸਾਰ 'ਤੇ ਜੈਵੰਤ ਜੀਵਨ ਜੀਣਾ ਹੈ ਤੇ ਵਚਨ ਸਿੱਖ ਕੇ ਕਰ ਸਕਦੇ ਹਾਂ। ਅਗਰ ਵਚਨ ਨਹੀਂ ਸਿੱਖਦੇ, ਵਚਨ ਨੂੰ ਸਮਝ ਨਹੀਂ ਰਹੇ ਹਾਂ, ਤੇ ਫਿਰ ਸੰਸਾਰ 'ਤੇ ਫਤਿਹ ਪਾਉਣਾ ਕੀ ਹੈ ਸਾਡੇ ਲਈ? ਬੜਾ ਮੁਸ਼ਕਲ ਆ। ਸਿੱਖਿਆ ਹੋਊਗੀ, ਪਰਮੇਸ਼ਰ ਦੇ ਵਚਨ ਦਾ ਗਿਆਨ ਹੋਊਗਾ ਤੇ ਅਸੀਂ ਸੰਸਾਰ 'ਚ ਚੱਲ ਪਾਵਾਂਗੇ, ਵਰਨਾ ਕੀ ਹੋਵਾਂਗੇ? ਡਿੱਗ ਜਾਵਾਂਗੇ। ਜਿੱਦਾਂ ਬੜੇ ਮਸੀਹੀ ਲੋਕ ਕੀ ਆ, ਮਸੀਹਤ ਦੇ ਵਿੱਚ ਵੀ ਚੱਲੀ ਜਾਂਦੇ ਤੇ ਨਾਲ ਨਾਲ ਕਾਹ 'ਚ ਚੱਲੀ ਜਾਂਦੇ? ਉਹ ਸੰਸਾਰ 'ਚ ਵੀ ਚੱਲੀ ਜਾਂਦੇ। ਇਸ ਲਈ ਰਸਤਾ ਲੰਬਾ ਆ। ਜਦੋਂ ਤੱਕ ਚੱਲਣਾ ਕੀ ਕਰਨਾ ਪੈਣਾ? ਸਾਨੂੰ ਵਚਨ ਖਾਣਾ। ਆਪਣੇ ਦਾਸ ਭੇਜ ਕੇ ਆਪਣਾ ਵਚਨ ਦੇ ਦੁਆਰਾ ਸਾਨੂੰ ਕੀ ਕਰਦਾ? ਉਹ ਟੁੰਬਦਾ ਆ। ਉੱਠ ਤੇ ਕੀ ਕਰ? ਵਚਨ ਖਾ, ਨਿਰਾਸ਼ ਨਹੀਂ ਹੋਣਾ। ਵਚਨ ਖਾ, ਵਚਨ ਸਿੱਖ, ਵਚਨ ਸਿੱਖ, ਵਚਨ ਸਿੱਖ ਕੇ ਕੀ ਹੋਣਾ ਆਪਣਾ? ਚੱਲਣਾ। ਵਚਨ ਸਿੱਖਣ ਤੋਂ ਬਿਨਾਂ ਕੀ ਨਹੀਂ ਹੋ ਸਕਦੇ? ਅਸੀਂ ਚੱਲ ਨਹੀਂ ਸਕਦੇ। ਏਲੀਆ ਨੂੰ ਇਹੀ ਪ੍ਰਭੂ ਨਬੀ ਆ ਕੇ ਕਹਿ ਰਿਹਾ ਨਾ, ਸਵਰਗਦੂਤ, ਕਿ ਖਾਲਾ ਰਸਤਾ ਕੀ ਆ? ਲੰਬਾ ਆ। ਇਸ ਲਈ ਮੇਰੇ ਪਿਆਰੋ, ਚੱਲਣਾ ਆ ਮਸੀਹੀ ਜੀਵਨ ਦੇ ਵਿੱਚ ਤੇ ਵਚਨ ਸਿੱਖਣਾ ਪੈਣਾ। ਵਚਨ ਸਿੱਖੋਗੇ, ਵਚਨ ਖਾਓਗੇ ਤੇ ਚੱਲੋਗੇ, ਵਰਨਾ ਚੱਲ ਹੋਣਾ ਨਹੀਂ ਹੋਣਾ। ਕਿਉਂਕਿ ਸੰਸਾਰ ਦਾ ਈਸ਼ਵਰ ਕੌਣ ਆ? ਸ਼ੈਤਾਨ ਆ। ਵਚਨ ਹੋਊਗਾ ਤੇ ਚੱਲ ਪਾਓਗੇ, ਵਚਨ ਨਹੀਂ ਆ ਤਾਂ ਇਹ ਤੁਹਾਨੂੰ ਫੜੂਗਾ ਆ ਕੇ, ਇਹ ਤੁਹਾਨੂੰ ਆ ਕੇ ਦੱਬੂਗਾ। ਇੱਛਾ ਕਾਮਨਾ ਅਭਿਲਾਸ਼ਾ 'ਚ ਕੀ ਕਰੂਗਾ? ਤੁਹਾਨੂੰ ਆ ਕੇ ਤੁਹਾਨੂੰ ਫਸਾਊਗਾ। ਇਸ ਲਈ ਵਚਨ ਦੇ ਨਾਲ ਕੀ ਕਰੋਗੇ? ਸਾਹਮਣਾ ਕਰ ਪਾਓਗੇ, ਵਰਨਾ ਕੰਮ ਕੀ ਹੋ ਜਾਣਾ। ਪ੍ਰਭੂ ਯਿਸੂ ਦੇ ਕੋਲ ਵੀ ਆਇਆ ਨਾ, ਮੱਤੀ ਦੀ ਅੰਜੀਲ 4 ਅਧਿਆਇ 1 ਦੇ ਵਿੱਚ। ਉੱਧਰ ਆ ਕੇ ਕੀ ਕਹਿ ਰਿਹਾ? ਵੀ ਤੂੰ ਝੁੱਕ ਕੇ ਮੈਨੂੰ ਮੱਥਾ ਟੇਕ, ਸਾਰੀ ਧਰਤੀ ਦਾ ਜਲੋ ਕਿਹੜਾ ਭਲਾ ਬਣਾ, ਤੈਨੂੰ ਮੈਂ ਸਭ ਕੁਝ ਤੈਨੂੰ ਦੇ ਦੂੰਗਾ। ਉਸ ਤੋਂ ਪਹਿਲਾਂ ਵੀ ਕੀ ਹੈ ਕਿਹਾ? ਪੱਥਰਾਂ ਨੂੰ ਪੱਥਰ ਕੀ ਬਣ ਜਾਣ। ਤੇ ਪ੍ਰਭੂ ਯਿਸੂ ਕਾਹਦੇ ਨਾਲ ਜਵਾਬ ਦੇ ਰਹੇ? ਵਚਨ 'ਚੋਂ ਦੇ ਰਹੇ ਨਾ। ਇਨਸਾਨ ਨਿਰਾ ਕਾਹਦੇ ਨਾਲ ਜਿੰਦਾ ਨਹੀਂ ਰਹਿੰਦਾ? ਰੋਟੀ ਦੇ ਨਾਲ ਨਹੀਂ, ਸਗੋਂ ਪਰਮੇਸ਼ਰ ਦੇ ਵਚਨ ਦੇ ਦੁਆਰਾ। ਸਮਝੇ ਕਿ ਨਹੀਂ? ਪ੍ਰਭੂ ਕੋ ਵਚਨ ਹੈ ਤੇ ਜਵਾਬ ਦੇ ਰਿਹਾ। ਸਾਡੇ ਕੋਲ ਵਚਨ ਹੋਊਗਾ ਤੇ ਕੀ ਕਰਾਂਗੇ? ਇਸ ਸੰਸਾਰ ਦਾ ਸਾਹਮਣਾ ਕਰ ਪਾਵਾਂਗੇ। ਆਪਣੀ ਇੱਛਾ ਕਾਮਨਾ ਅਭਿਲਾਸ਼ਾ ਨੂੰ ਬੰਨ੍ਹ ਕੇ ਉਹਦਾ ਕੀ ਕਰਾਂਗੇ? ਗੁਲਾਮ ਕਰਾਂਗੇ। ਜੇ ਵਚਨ ਨਹੀਂ ਹੈ ਤਾਂ ਫਿਰ ਕੰਮ ਮੁਸ਼ਕਲ ਆ। ਇਸ ਲਈ ਸਵਰਗਦੂਤ ਕਹਿੰਦਾ, ਉੱਠ ਖਾ, ਰਸਤਾ ਕੀ ਆ? ਲੰਬਾ ਆ। ਅੱਗੇ ਉਸ ਨੇ ਉੱਠ ਕੇ ਖਾਧਾ ਔਰ ਪੀਤਾ, ਤਾਂ ਉਸੇ ਭੋਜਨ ਦੇ ਬਲ ਨਾਲ ਜੀ
40 ਦਿਨ ਅਤੇ 40 ਰਾਤਾਂ ਪਰਮੇਸ਼ਵਰ ਦੇ ਹੋਰੇਬ ਪਰਬਤ ਤੀਕ ਤੁਰਿਆ ਗਿਆ। ਹਾਂ, ਇੱਥੇ ਲਿਖਿਆ ਏਲੀਆ ਨੇ ਉੱਠ ਕੇ ਖਾਧਾ ਤੇ ਪੀਤਾ ਤੇ ਉਸੇ ਭੋਜਨ ਦੇ ਬਲ ਦੇ ਨਾਲ 40 ਦਿਨ ਔਰ 40 ਰਾਤਾਂ ਕੀ ਹੁੰਦਾ ਰਿਹਾ, ਉਹ ਚੱਲਦਾ ਰਿਹਾ। ਆਹੀ ਖਾਧਾ, ਇੱਕ ਵਾਰੀ ਖਾਧਾ ਤੇ ਉਹੋ ਹੀ ਭੋਜਨ ਖਾ ਕੇ ਇੰਨਾ ਬਲ ਆਇਆ, 40 ਦਿਨ ਤੇ 40 ਰਾਤਾਂ ਕੀ ਹੁੰਦਾ ਰਿਹਾ, ਉਹ ਚੱਲਦਾ ਰਿਹਾ। ਉਹ ਇਸੇ ਤਰੀਕੇ ਨਾਲ ਮੇਰੇ ਪਿਆਰੋ, ਜਦੋਂ ਅਸੀਂ ਵਚਨ ਸਿੱਖ ਲੈਂਦੇ ਹਾਂ, ਵਚਨ ਸਿੱਖਣ ਤੋਂ ਬਾਅਦ ਇਸ ਵਚਨ ਸਿੱਖ ਕੇ ਇਹ ਵਚਨ ਜਿਹੜਾ ਸਾਨੂੰ, ਇਹੀ ਵਚਨ ਤਾਂ ਸਾਨੂੰ ਕੀ ਦਿੰਦਾ ਚੱਲਣ ਲਈ, ਸਾਨੂੰ ਲੰਬੇ ਸਮੇਂ ਤੱਕ ਬਲ ਦਿੰਦਾ। ਪਰ ਅੱਜ ਕੀ ਹੁੰਦਾ, ਅੱਜ ਅਸੀਂ ਵਚਨ ਸਿੱਖਿਆ ਤੇ ਕੱਲ੍ਹ ਸਾਨੂੰ ਕੀ ਹੋ ਜਾਂਦਾ, ਕੱਲ੍ਹ ਸਾਨੂੰ ਭੁੱਲ ਜਾਂਦਾ। ਕਾਰਨ ਸੰਸਾਰ ਦੀ ਇੱਛਾ, ਸੰਸਾਰ ਦੀ ਚਿੰਤਾ ਕੀ ਕਰਦੀ ਆ ਕੇ ਸਾਨੂੰ, ਜਦੋਂ ਦਬਾਉਂਦੀ ਆ ਕੇ, ਤੇ ਆਰਾਮ ਦੇ ਨਾਲ ਹੀ ਉਹ ਵਚਨ ਕੀ ਕਰ ਲੈਂਦਾ, ਸਾਡੇ ਉੱਪਰੋਂ ਚੁਰਾ ਲੈਂਦਾ ਆ ਕੇ। ਤੇ ਬਾਅਦ ਵਿੱਚ ਅਸੀਂ ਕਹਿੰਦੇ ਸਾਨੂੰ ਵਚਨ ਕੀ ਨਹੀਂ ਆਇਆ, ਸਮਝ ਨਹੀਂ ਆਇਆ। ਵਚਨ ਜੜ ਫੜਦਾ ਕਿਉਂ ਨਹੀਂ ਹੈ? ਚਿੰਤਾ ਹੁੰਦਾ, ਕਿਉਂਕਿ ਸੰਸਾਰ ਦੀ ਚਿੰਤਾ, ਧਨ ਦਾ ਧੋਖਾ ਕੀ ਕਰਦਾ, ਸਾਨੂੰ ਦਬਾਉਂਦਾ ਆ ਕੇ। ਇਸ ਕਾਰਨ ਕੀ ਹੋ ਜਾਂਦਾ, ਵਚਨ ਵੀ ਸਾਡੇ ਅੰਦਰ ਜੜ ਨਹੀਂ ਫੜ ਪਾ ਰਿਹਾ। ਚਿੰਤਾ ਜਿਹਨੂੰ ਹੁੰਦੀ ਹੈ ਉਹ ਪਰਮੇਸ਼ਰ ਦਾ। ਹਾਂ, ਤੇ ਵਚਨ ਲਿਖਿਆ ਨਾ ਕਿ ਚਿੰਤਾ ਨਾ ਕਰ, ਆਪਣੀ ਬੋਝ ਫਿਕਰ ਚਿੰਤਾ ਕਿਤੇ ਸਿੱਟ ਦੇ, ਕਿਉਂਕਿ ਮੈਨੂੰ ਤੇਰੀ ਕੀ ਹੈ, ਕਹਿੰਦਾ ਮੈਨੂੰ ਤੇਰੀ ਚਿੰਤਾ ਹੈ। ਇਸ ਲਈ ਇਸ ਪਰਿਸਥਿਤੀ 'ਚ ਕੀ ਆ, ਸੰਸਾਰ ਦੀ ਚਿੰਤਾ, ਧਨ ਦਾ ਧੋਖਾ, ਚਾਹੇ ਕੋਈ ਵੀ ਪਰਿਸਥਿਤੀ ਹੈ, ਹਰ ਹਾਲ ਲਈ ਮੈਂ ਪ੍ਰਭੂ ਦੇ ਚਰਨਾਂ 'ਚ ਜਾਣਾ, ਕਿਉਂਕਿ ਮੈਂ ਆਪਣਾ ਜੀਵਨ ਇੱਕ ਨੂੰ ਸੌਂਪਿਆ ਨਾ। ਜਿਹਨੂੰ ਸੌਂਪਿਆ ਉਹ ਕੌਣ ਨਹੀਂ ਆ, ਬੇਵਫਾ ਨਹੀਂ ਆ, ਵਫਾਦਾਰ ਪਰਮੇਸ਼ਰ ਆ ਉਹ। ਇਸ ਲਈ ਜਿਹਨੂੰ ਜੀਵਨ ਸੌਂਪਤਾ, ਜਦੋਂ ਜੀਵਨ 'ਚ ਕੋਈ ਵੀ ਸਮੱਸਿਆ, ਕਿਹਦੇ ਅੱਗੇ ਲੈ ਕੇ ਜਾਣੀ ਅਸੀਂ? ਇਸ ਲਈ ਕੋਈ ਵਚਨ ਸਿੱਖਦੇ ਲੰਮੇ ਸਮੇਂ ਤੱਕ, ਵੈਸੇ ਵਚਨ ਤੇ ਰਹਿਣਾ ਸਾਡੇ ਅੰਦਰ ਹੀ ਆ, ਪਰ ਹੁੰਦਾ ਕੀ ਆ, ਅਸੀਂ ਤੇ ਅੱਜ ਹੀ ਸਿੱਖਦੇ ਕੱਲ੍ਹ ਭੁੱਲ ਜਾਂਦਾ। ਇਸੇ ਕਰਕੇ ਕੀ ਨਹੀਂ ਹੋ ਪਾ ਰਹੇ, ਅਸੀਂ ਸਾਡੇ ਕੋਲ ਚੱਲ ਨਹੀਂ ਹੁੰਦਾ। ਕਿਉਂ? ਕਿਉਂਕਿ ਇੱਕ ਵਾਰੀ ਜੇ ਵਚਨ ਸਿੱਖ ਲਿਆ, ਦੁਬਾਰਾ ਅਸੀਂ ਉਹਨੂੰ ਪੜ੍ਹਦੇ ਵੀ ਨਹੀਂ, ਦੁਬਾਰਾ ਉੱਤੇ ਅਸੀਂ ਧਿਆਨ ਵੀ ਨਹੀਂ ਕਰਦੇ। ਸੰਸਾਰ 'ਚ ਖੁੱਬੇ ਇੰਨਾ ਹੋਏ, ਸੰਸਾਰ ਦੀਆਂ ਇੱਛਾ, ਕਾਮਨਾਵਾਂ, ਅਭਿਲਾਸ਼ਾ ਨੇ ਸਾਨੂੰ ਦਬਾਇਆ ਕੀ ਆ, ਇੰਨਾ ਹੋਇਆ ਕਿ ਜੋ ਸਿੱਖਿਆ ਉਹਨੂੰ ਪੜ੍ਹਨ ਦਾ ਵੀ ਕੀ ਨਹੀਂ, ਸਾਡੇ ਕੋਲ ਟਾਈਮ ਨਹੀਂ। ਜੋ ਸਿੱਖਿਆ ਉੱਤੇ ਮਨਨ ਕਰੋ, ਉੱਤੇ ਧਿਆਨ ਕਰੋ, ਉੱਤੇ ਵਿਚਾਰ ਕਰੋ, ਉਹ ਵਚਨ ਤੁਹਾਨੂੰ ਕੀ ਦਊਗਾ, ਤੁਹਾਨੂੰ ਬਲ ਦਊਗਾ। ਇੱਕ ਗਾਂ ਜਦੋਂ ਪੱਠੇ ਖਾ ਕੇ ਹਟਦੀ ਆ, ਤੇ ਪੱਠੇ ਤਾਂ ਖਾ ਲੈਂਦੀ ਆ, ਪਰ ਮੂੰਹ ਉਹਦਾ ਕੀ ਹੈ, ਕਿੰਨੀ ਦੇਰ ਤੱਕ ਜੁਗਾਲੀ ਕਰਦੀ ਨਾ, ਕਿੰਨਾ ਟਾਈਮ ਤੱਕ ਹੁੰਦਾ ਰਹਿੰਦਾ, ਪਤਾ ਨਹੀਂ, ਥੋੜਾ ਲੰਮੇ ਸਮੇਂ ਤੱਕ ਹੀ ਮੂੰਹ ਉਹਦਾ ਹਿਲਦਾ ਹੀ ਰਹਿੰਦਾ। ਕੀ ਕਰ ਰਹੀ ਭਲਾ ਉਹ? ਜੋ ਖਾ ਲਿਆ ਨਾ, ਹੁਣ ਉੱਤੇ ਕੀ ਚੱਲ ਰਿਹਾ, ਸਰਚ ਮਾਰਦੀ। ਇਸ ਲਈ ਜਦ ਵਚਨ ਖਾ ਲੈਂਦੇ ਆ, ਅਸੀਂ ਵੀ ਜੁਗਾਲੀ ਕਰਦੇ ਰਹਿਣਾ, ਮਨਨ ਕਰਦੇ ਰਹਿਣਾ, ਉੱਤੇ ਸੋਚਦੇ ਰਹਿਣਾ, ਸਮਝੇ ਕਿ ਨਹੀਂ? ਇਸ ਲਈ ਜਦੋਂ ਵਚਨ ਸਿੱਖ ਲਿਆ, ਉੱਤੇ ਵਿਚਾਰ ਕਰੋ, 1 ਦਿਨ 2 ਦਿਨ 4 ਦਿਨ ਵਚਨ ਵਿਚਾਰ ਕਰਦੇ ਜਾਓ, ਵਚਨ ਤੇ ਖੁੱਲਦਾ ਜਾਣਾ। ਜਿੰਨਾ ਖੁੱਲਦਾ ਗਿਆ ਤੁਹਾਡੇ ਮਨਨ ਕਰਦੇ, ਜਿੰਨਾ ਸਮਝ ਆਉਂਦਾ ਗਿਆ, ਤੁਹਾਨੂੰ ਉਹਨੇ ਕੀ ਦਿੰਦੇ ਜਾਣਾ, ਬਲ ਦਿੰਦੇ ਜਾਣਾ। ਏਲੀਆ 40 ਦਿਨ ਔਰ 40 ਰਾਤਾਂ ਉਸੇ ਭੋਜਨ ਦੇ ਬਲ ਦੇ ਨਾਲ ਕੀ ਉਹ ਚੱਲਦਾ ਰਿਹਾ। ਸਾਡੇ ਅੰਦਰ ਕੀ ਆ, ਅਸੀਂ ਵਚਨ ਤੇ ਮਨਨ ਨਹੀਂ ਕਰਦੇ। ਇਸ ਲਈ ਸ਼ੈਤਾਨ ਆਉਂਦਾ ਤੇ ਆਰਾਮ ਦੇ ਨਾਲ ਹੀ ਵਚਨ ਕੀ ਕਰਦਾ, ਚੁਰਾ ਕੇ ਲੈ ਜਾਂਦਾ। ਦੂਤ ਪਰਮੇਸ਼ਰ ਦਾ ਏਲੀਆ ਕੋ ਆਇਆ, ਕਹਿੰਦਾ ਉੱਠ ਤੇ ਖਾ, ਪੰਥ ਕੀ ਆ ਤੇਰੇ ਲਈ ਲੰਬਾ ਆ। ਤੇ ਲਿਖਿਆ ਉਹਨੇ ਉੱਠ ਕੇ ਖਾਧਾ ਔਰ ਪੀਤਾ ਤੇ ਉਸੇ ਭੋਜਨ ਦੇ ਬਲ ਦੇ ਨਾਲ 40 ਦਿਨ ਔਰ 40 ਰਾਤਾਂ ਕੀ ਹੁੰਦਾ ਰਿਹਾ, ਚੱਲਦਾ ਰਿਹਾ। ਚਲੀਏ ਅੱਗੇ। ਉੱਥੇ ਉਹ ਇੱਕ ਗੁਫਾ ਵਿੱਚ ਜਾ ਰਿਹਾ, ਹਾਂ, ਤਾਂ ਵੇਖੋ ਯਹੋਵਾ ਦਾ ਵਚਨ ਉਸ ਇਧਰ ਗਿਆ, ਉੱਥੇ ਉਹ ਇੱਕ ਗੁਫਾ ਵਿੱਚ ਚਲਾ ਗਿਆ, ਏਲੀਆ ਪ੍ਰਭੂ ਦਾ ਦਾਸ। ਤੇ ਕੀ ਹੋਇਆ? ਤਾਂ ਵੇਖੋ ਯਹੋਵਾ ਦਾ ਵਚਨ ਉਸ ਨੂੰ ਆਇਆ। ਹਾਂ, ਇੱਧਰ ਲਿਖਿਆ ਜਦੋਂ ਉਹ ਗੁਫਾ ਦੇ ਵਿੱਚ ਚਲਾ ਗਿਆ ਤੇ ਉੱਥੇ ਯਹੋਵਾ ਦਾ ਵਚਨ ਕਿਹਨੂੰ ਆਇਆ? ਏਲੀਆ ਨੂੰ। ਪਰਮੇਸ਼ਰ ਪਹਿਲਾਂ ਕੌਣ ਆਇਆ? ਸਵਰਗਦੂਤ ਆਇਆ। ਹੁਣ ਕੌਣ ਆਇਆ? ਯਹੋਵਾ ਦਾ ਵਚਨ ਏਲੀਆ ਨੂੰ ਆਇਆ। ਵਚਨ ਕੀ ਆਇਆ ਏਲੀਆ ਨੂੰ? ਹਾਂ, ਵੇਖੋ ਯਹੋਵਾ ਦਾ ਵਚਨ ਉਸ ਨੂੰ ਆਇਆ ਜੀ, ਅਤੇ ਉਸ ਨੂੰ ਆਖਿਆ, ਹੇ ਏਲੀਆ, ਤੂੰ ਇੱਥੇ ਕੀ ਕਰਦਾ ਹੈ? ਹਾਂ, ਅੱਗੋਂ ਉਸ ਨੇ ਆਖਿਆ, ਪਰਮੇਸ਼ਰ ਦਾ ਵਚਨ ਏਲੀਆ ਨੂੰ ਆਇਆ, ਪਰਮੇਸ਼ਰ ਦੀ ਆਵਾਜ਼ ਆਈ, ਹੇ ਏਲੀਆ, ਤੂੰ ਇੱਥੇ ਕਹਿੰਦਾ ਕੀ ਕਰਨ ਦਿਆਂ? ਇਸੇ ਤਰੀਕੇ ਨਾਲ ਮੇਰੇ ਪਿਆਰੋ, ਅੱਜ ਪਰਮੇਸ਼ਰ ਦਾ ਵਚਨ ਸਾਨੂੰ ਵੀ ਇਹੀ ਗੱਲ ਕਹਿੰਦਾ ਵੀ ਕੀ ਕਰਨ ਦੇ ਇੱਥੇ। ਬੋਲਣ ਦਾ ਮਤਲਬ ਅੱਜ ਵਚਨ ਸਿੱਖ ਕੇ, ਵਚਨ ਖਾ ਕੇ ਅਸੀਂ ਕਿੱਧਰ ਬੈਠੇ ਭਲਾ? ਘਰਾਂ 'ਚ ਬੈਠੇ, ਆਪਣੇ ਕੰਮਾਂ ਕਾਰਾਂ 'ਚ ਕੀ ਆ, ਵਿਅਸਤ ਆ। ਪ੍ਰਭੂ ਦਾ ਵਚਨ ਸਾਨੂੰ ਇਹ ਕਹਿਣ ਦਿਆ ਕਿ ਕਿਸੇ ਤੱਕ ਪਹੁੰਚਾਇਆ ਵੀ ਆ, ਮੇਰੀ ਗੱਲ ਕਿਸੇ ਨੂੰ ਦੱਸੀ ਵੀ ਆ। ਇਸ ਲਈ ਕਹਿੰਦਾ ਏਲੀਆ ਤੂੰ ਇੱਥੇ ਕਰਦਾ ਪਿਆ। ਜਿੰਨਾ ਸਿੱਖ ਲਿਆ, ਜਿੰਨਾ ਸਮਝ ਲਿਆ ਪ੍ਰਭੂ ਨੂੰ, ਹੁਣ ਅਸੀਂ ਜਿੰਨਾ ਸਮਝ ਰਹੇ ਹਾਂ ਤੇ ਅਸੀਂ ਹੋਰਾਂ ਤੱਕ ਵੀ ਇਹਨੂੰ ਕੀ ਕਰਨਾ? ਵੰਡਣਾ ਆ। ਪਰ ਅੱਜ ਸਮੱਸਿਆ ਕੀ, ਆਪ ਹੀ ਖਾ ਕੇ ਕੀ ਹੋਈ ਜਾਂਦੇ ਵਿਸ਼ਵਾਸੀ ਲੋਕ, ਬੈਠੀ ਜਾਂਦੇ ਪਏ ਤੇ ਵੰਡ ਰਹੇ ਨਹੀਂ, ਦੱਸ ਰਹੇ ਨਹੀਂ। ਆਪ ਹੀ ਜੋ ਹਾਸਲ ਕੀਤਾ ਉਹਨੂੰ ਦੱਬ ਕੇ ਬੈਠੇ ਹੋਏ। ਪਰਮੇਸ਼ਰ ਨੂੰ ਦੱਬਣ ਵਾਲਿਆਂ ਦੀ ਜ਼ਰੂਰਤ ਨਹੀਂ ਹੈ,
ਕਾਹਦੀ ਜ਼ਰੂਰਤ ਆ ਭਲਾ? ਵੰਡਣ ਵਾਲਿਆਂ ਦੀ ਜ਼ਰੂਰਤ ਆ। ਦੱਬ ਕੇ ਥੋੜੀ ਪੈਣਾ। ਇਸੇ ਤਰੀਕੇ ਨਾਲ ਪ੍ਰਭੂ ਦੇ ਵਚਨ 'ਚ ਅਸੀਂ ਇੱਕ ਸਟੋਰੀ ਪੜ੍ਹਦੇ ਹਾਂ, ਕਹਾਣੀ ਪੜ੍ਹਦੇ ਹਾਂ। ਜੇ ਇੱਕ ਮਾਲਕ ਜਿਹੜਾ ਸੀਗਾ ਉਹ ਆਪਣੇ ਤੋੜੇ ਦੇ ਕੇ ਗਿਆ। ਇੱਕ ਨੂੰ ਕਿੰਨੇ ਦਿੱਤੇ ਯਾਦ ਆ ਕੁਛ ਇਹਦੇ ਬਾਰੇ? ਇੱਕ ਨੂੰ ਇੱਕ ਤੋੜਾ, ਇੱਕ ਨੂੰ ਆਈ ਥਿੰਕ 2 ਜਾਂ ਇੱਕ ਨੂੰ 5 ਇੱਦਾਂ ਕੁਛ ਤੋੜੇ ਦਿੱਤੇ ਸੀਗੇ। ਅਤੇ ਜਿਹਨੇ ਇੱਕ ਸੀ ਉਹਨੇ ਕੀ ਕਰ ਲਿਆ? ਉਹਨੇ ਦਬਾ ਲਿਆ। ਅਤੇ ਜਿਹਨੂੰ 2 ਸੀ ਉਹਨੇ ਵੀ ਕਮਾਏ ਉਹ ਤੋਂ, ਜਿਹਨੂੰ 5 ਸੀ ਉਹਨੇ ਵੀ ਕੀ ਕੀਤੇ? ਕਮਾਏ ਆ। ਜਿਹਨੇ ਦਬਾ ਲਿਆ ਉਹਨੇ ਕਿਹਾ ਵੀ ਚਲੋ ਮੈਂ ਕਮਾ ਨਹੀਂ ਸਕਿਆ ਅਤੇ ਕਮ ਸੇ ਕਮ ਇਹਨੂੰ ਵੀ ਕੀ ਆ ਸਾਂਭ ਕੇ ਰੱਖ ਲਵਾਂ। ਮਾਲਕ ਜਦੋਂ ਆਇਆ ਕਹਿੰਦਾ ਹਾਂ ਵੀ ਤੂੰ ਕੀਤਾ? ਕਹਿੰਦਾ ਮੈਂ ਤਾਂ ਕੁਝ ਕੀਤਾ ਨਹੀਂ, ਮੈਂ ਇਹਨੂੰ ਸਾਂਭ ਕੇ ਰੱਖਿਆ। ਅਤੇ ਉਹਨੂੰ ਫਿਰ ਅੱਗਿਓਂ ਕੀ ਪ੍ਰਭੂ ਨੇ ਸ਼ਾਬਾਸ਼ ਮਿਲੀ ਉਹਨੂੰ, ਫਿਰ ਉਹਦੇ ਮਾਲਕ ਕੋਲੋਂ ਸ਼ਾਬਾਸ਼ ਨਹੀਂ ਮਿਲੀ ਉਹਨੂੰ। ਅਤੇ ਅੱਜ ਆਹ ਹੀ ਹਾਲ ਸਾਡਾ ਹੋਇਆ ਪਿਆ। ਆਪ ਹੀ ਸਿੱਖ ਕੇ ਆਪ ਹੀ ਖਾ ਕੇ ਕੀ ਹੋਈ ਜਾਂਦੇ ਅਸੀਂ ਬੈਠ ਰਹੇ ਹਾਂ, ਪ੍ਰਭੂ ਦੇ ਵਚਨ ਨੂੰ ਕੀ ਨਹੀਂ ਕਰ ਰਹੇ? ਵੰਡ ਨਹੀਂ ਰਹੇ। ਇਸ ਲਈ ਪਰਮੇਸ਼ਰ ਦਾ ਵਚਨ ਅੱਜ ਮੈਨੂੰ ਔਰ ਤੁਹਾਨੂੰ ਕੀ ਕਹਿ ਰਿਹਾ? ਤੁਸੀਂ ਕੀ ਕਰ ਰਹੇ? ਕਹਿੰਦਾ ਇੱਥੇ ਹਾਂ। ਅੱਗੋਂ ਉਸਨੇ ਆਖਿਆ ਜੀ, ਮੈਂ ਯਹੋਵਾ ਸੈਨਾ ਦੇ ਪਰਮੇਸ਼ਰ ਦੀ ਅਣਖ ਨਾਲ ਸੜਿਆ ਪਿਆ ਹਾਂ। ਹਾਂ, ਇੱਧਰ ਕੀ ਏਲੀਆ ਕਹਿੰਦਾ ਪ੍ਰਭੂ ਉਹ ਉਸ ਆਵਾਜ਼ ਨੂੰ ਕਹਿ ਰਿਹਾ ਕਿ ਮੈਂ ਯਹੋਵਾ ਸੈਨਾ ਦੇ ਪਰਮੇਸ਼ਰ ਦੀ ਅਣਖ ਦੇ ਨਾਲ ਕਹਿੰਦਾ ਕੀ ਆ? ਸੜਿਆ ਪਿਆ ਆ। ਉਹਦੀ ਅਣਖ ਦੇ ਨਾਲ ਪਰਮੇਸ਼ਰ ਦੀ, ਤਾਂ ਇੱਥੇ ਬੈਠਾ ਆ ਕੇ ਗੁਫਾ 'ਚ। ਹਾਂ, ਕਿਉਂ ਜੋ ਇਜ਼ਰਾਈਲੀਆਂ ਨੇ ਤੇਰੇ ਨਾਮ ਨੂੰ ਤਿਆਗ ਦਿੱਤਾ। ਹਾਂ, ਕਹਿੰਦਾ ਕਿਸ ਅਣਖ ਦੇ ਕਰਕੇ ਮੈਂ ਸੜਿਆ ਪਿਆ? ਕਿਉਂਕਿ ਇਸਰਾਏਲੀਆਂ ਨੇ, ਤੇਰੀ ਨਿੱਜ ਪ੍ਰਜਾ ਨੇ ਤੇਰੇ ਨਾਮ ਨੂੰ ਕੀ ਕਰ ਦਿੱਤਾ? ਤਿਆਗ ਦਿੱਤਾ ਆ। ਏਲੀਆ ਤਾਂ ਕਹਿੰਦਾ ਵੀ ਮੈਂ ਯਹੋਵਾ ਪਰਮੇਸ਼ਰ ਦੀ ਅਣਖ ਦੇ ਕਰਕੇ ਸੜਿਆ ਇੱਥੇ ਬੈਠਾ ਨਾ ਗੁਫਾ 'ਚ। ਅਤੇ ਸਾਡੇ ਵਰਗਿਆਂ ਜੇ ਕਵੇ ਤਾਂ ਅਸੀਂ ਕਹਿਣਾ ਪ੍ਰਭੂ ਅਸੀਂ ਇੱਛਾ ਔਰ ਕਾਮਨਾ ਬਿਲਾਸ਼ਾ ਦੇ ਕੀ ਹੈ ਭਲਾ? ਸੜੇ ਹੋਏ ਬੈਠੇ ਇੱਥੇ, ਆਪਣੀਆਂ ਚਿੰਤਾਵਾਂ ਪਰੇਸ਼ਾਨੀਆਂ 'ਚ ਫਸ ਕੇ ਬੈਠੇ ਹਾਂ ਅਸੀਂ। ਉਹ ਤਾਂ ਕਹਿੰਦਾ ਤੇਰੀ ਅਣਖ ਦੇ ਕਰਕੇ ਮੈਂ ਇੱਥੇ ਬੈਠਾ। ਪਰ ਸਾਡੇ ਵਰਗਾ ਕੀ ਕਹੂਗਾ? ਫਿਰ ਉਹ ਕਹਿੰਦਾ ਹੋਇਆ ਕੀ ਆ? ਤੇਰੀ ਨਿੱਜ ਪ੍ਰਜਾ ਨੇ ਤੇਰੇ ਲੋਕਾਂ ਨੂੰ ਕੀ ਕਰ ਦਿੱਤਾ ਆ? ਤਿਆਗ ਦਿੱਤਾ। ਜਿਨ੍ਹਾਂ ਨੂੰ ਮਿਸਰ ਦੀ ਗੁਲਾਮੀ 'ਚ ਉਦੋਂ ਕੀ ਕੀਤਾ? ਬਲਵੰਤ ਹੱਥ ਦੇ ਨਾਲ। ਕੀ ਕੁਛ ਨਹੀਂ ਦੇਖਿਆ ਉਹਨਾਂ ਨੇ। ਤੇਰੇ ਨਾਮ ਨੂੰ ਕੀ ਕਰ ਦਿੱਤਾ? ਤਿਆਗ ਦਿੱਤਾ। ਮੇਰੇ ਪਿਆਰੋ, ਅੱਜ ਅਸੀਂ ਵੀ ਤਾਂ ਉਹਦੇ ਨਾਮ ਨੂੰ ਤਿਆਗਦੇ ਹੀ ਹਾਂ। ਉਹ ਕਿੱਦਾਂ? ਜਦੋਂ ਅਸੀਂ ਵਚਨ ਨਹੀਂ ਪੜ੍ਹਨਾ ਅਤੇ ਉਹਨੂੰ ਕੀ ਕੀਤਾ? ਤਿਆਗ ਦਿੱਤਾ। ਜਦੋਂ ਪ੍ਰਾਰਥਨਾ ਨਹੀਂ ਕਰਦੇ ਕੀ ਕਰਦੇ ਨੇ? ਉਹਨੂੰ ਤਿਆਗ ਦਿੰਦੇ। ਜਦੋਂ ਆਰਾਧਨਾ ਨਹੀਂ ਕਰਦੇ ਤਿਆਗਦੇ। ਸੰਗਤੀ ਨਹੀਂ ਕਰਦੇ ਕੀ ਕਰਦੇ? ਉਹਨੂੰ ਤਿਆਗ ਹੀ ਤਾਂ ਰਹੇ ਅਸੀਂ। ਹੋਰ ਕਰ ਕੀ ਰਹੇ? ਅੱਜ ਮੰਨ ਇੱਕ ਵਿਸ਼ਵਾਸੀ ਦਾ ਕੀ ਫਰਜ਼ ਕੀ ਆ? ਹਰ ਰੋਜ਼ ਇਹਨੇ ਪ੍ਰਾਰਥਨਾ ਕਰਨੀ, ਆਰਾਧਨਾ ਕਰਨੀ, ਸੰਗਤੀ ਕਰਨੀ, ਔਰ ਕੀ ਕਰਨਾ? ਇਹਨੇ ਵਚਨ ਪੜ੍ਹਨਾ। ਅਤੇ ਜਦੋਂ ਨਹੀਂ ਕਰਦਾ ਆਪਣੇ ਸਰੀਰਕ ਕੰਮਾਂ ਦੇ ਕਰਕੇ, ਅਤੇ ਅਸੀਂ ਕੀ ਕਰ ਰਹੇ? ਉਹਦੇ ਨਾਮ ਨੂੰ ਤਿਆਗ ਹੀ ਰਹੇ ਅਸੀਂ। ਇਹ ਤਿਆਗਣਾ ਨਹੀਂ ਆ ਅਤੇ ਫਿਰ ਇਹ ਕੀ ਆ? ਅਤੇ ਫਿਰ ਵੀ ਅਸੀਂ ਰਹਿੰਦੇ ਇੱਦਾਂ ਆ। ਵਿਸ਼ਵਾਸੀ ਲੋਕ ਅਸੀਂ ਰਵਾਂਗੇ ਇੱਦਾਂ ਵੀ ਬਸ ਯਿਸੂ ਆਊਗਾ ਅਤੇ ਸਾਨੂੰ ਕੀ ਆ ਜੀ? ਲੈ ਜਾਊਗਾ। ਅਸੀਂ ਤਾਂ ਕੀ ਆ? ਅਸੀਂ ਤਾਂ ਤਿਆਰ ਹੀ ਹਾਂ। ਪ੍ਰਾਰਥਨਾ ਨੂੰ ਭਾਵੇਂ ਹਫ਼ਤਾ ਮਹੀਨਾ ਲੰਘ ਗਿਆ ਹੋਵੇ, ਕਦੇ ਕੀਤੀ ਨਾ ਹੋਵੇ, ਅਤੇ ਆਸ ਕੀ ਆ? ਵੀ ਆਊਗਾ ਅਤੇ ਸਾਨੂੰ ਕੀ ਆ? ਲੈ ਜਾਊਗਾ। ਇੱਦਾਂ ਲਿਜਾਣ ਵਾਲਾ ਨਹੀਂ ਆ ਉਹ। ਅਗਰ ਇੱਦਾਂ ਲੈ ਗਿਆ ਤਾਂ ਫਿਰ ਇੱਕ ਗੱਲ ਬੋਲਾਂ, ਪਰਮੇਸ਼ਰ ਧਰਮੀ ਨਹੀਂ ਹੈ। ਅਗਰ ਉਹ ਇੱਦਾਂ ਲੈ ਗਿਆ, ਇੱਦਾਂ ਨਹੀਂ ਲਿਆਂਦਾ, ਉਹ ਕੀਮਤ ਦੇਣੀ ਪੈਂਦੀ। ਇੱਧਰ ਕੀ ਕਹਿ ਰਿਹਾ? ਇੱਧਰ ਏਲੀਆ ਕੀ ਕਹਿੰਦਾ? ਤੇਰੇ ਲੋਕਾਂ ਨੇ ਤੇਰੇ ਨਾਮ ਨੂੰ ਤਿਆਗਤਾ, ਇਸ ਲਈ ਤੇਰੀ ਅਣਖ ਦੇ ਮਾਰ ਕੇ ਸੜਿਆ ਪਿਆ ਇੱਥੇ ਮੈਂ। ਅੱਗੇ ਕੀ ਹੈ? ਤੇਰੀਆਂ ਜਗਵੇਦੀਆਂ ਢਾਹ ਸੁੱਟੀਆਂ। ਤੇਰੀਆਂ ਜਗਵੇਦੀਆਂ ਵੀ ਕਹਿੰਦਾ ਕੀ ਕਰ ਦਿੱਤੀਆਂ? ਢਾਹ ਸੁੱਟੀਆਂ ਤੇਰੇ ਲੋਕਾਂ ਨੇ। ਬੋਲਣ ਦਾ ਮਤਲਬ ਜਿੱਥੇ ਬੈਠ ਕੇ ਅਸੀਂ ਪ੍ਰਭੂ ਦੇ ਚਰਨਾਂ 'ਚ ਬੈਠਣਾ ਆ। ਤੁਹਾਡੇ ਘਰ ਦੇ ਵਿੱਚ ਵੀ ਇੱਕ ਕੀ ਹੋਣੀ ਚਾਹੀਦੀ? ਇੱਕ ਜਗਵੇਦੀ। ਜਗਵੇਦੀ ਮਤਲਬ ਜਿੱਥੇ ਹਰ ਰੋਜ਼ ਬੈਠ ਕੇ ਤੁਸੀਂ ਕੀ ਕਰਦੇ ਆ? ਪ੍ਰਾਰਥਨਾ ਕਰਨੀ, ਆਰਾਧਨਾ ਕਰਨੀ। ਉਹ ਜਗਵੇਦੀਆਂ ਵੀ ਕਹਿੰਦਾ ਕੀ ਕਰ ਦਿੱਤੀਆਂ? ਢਾਹ ਦਿੱਤੀਆਂ ਤੇਰੇ ਲੋਕਾਂ ਨੇ। ਹਾਂ, ਅਤੇ ਤੇਰੇ ਨਬੀਆਂ ਨੂੰ ਤਲਵਾਰ ਨਾਲ ਵੱਢ ਦਿੱਤਾ। ਹਾਂ, ਅਤੇ ਤੇਰੇ ਨਬੀਆਂ ਨੂੰ ਕੀ ਕਰ ਦਿੱਤਾ ਲੋਕਾਂ ਨੇ? ਤਲਵਾਰ ਦੇ ਨਾਲ ਵੱਢ ਦਿੱਤਾ ਆ। ਤੇਰੇ ਨਬੀਆਂ ਨੂੰ ਏਲੀਆ ਕਹਿ ਰਿਹਾ। ਅਤੇ ਮੇਰੇ ਪਿਆਰੋ, ਅੱਜ ਵੀ ਤੇ ਸੇਵਕਾਂ ਨੂੰ ਵੱਢ ਹੀ ਦਿੱਤਾ ਆ। ਪਾਸਟਰ ਲੋਕਾਂ ਨੂੰ ਅੱਜ ਵੀ ਕੀ ਕੀਤਾ ਹੈ? ਵੱਢਿਆ ਹੈ। ਉਹ ਕਿਸ ਤਰੀਕੇ ਨਾਲ? ਉਹ ਕਿਹੜੀ ਤਲਵਾਰ ਨੇ ਵੱਢਿਆ? ਅੱਜ ਹੈਗੀ ਹੈ ਲਾਲਚ ਦੀ ਤਲਵਾਰ। ਅੱਜ ਪਾਸਟਰਾਂ ਨੂੰ ਕਿਹੜੀ ਤਲਵਾਰ ਨੇ ਵੱਢਿਆ ਹੈ? ਲਾਲਚ ਦੀ ਤਲਵਾਰ ਨੇ ਵੱਢ ਦਿੱਤਾ। ਮੇਰੇ ਪਿਆਰੋ, ਏਲੀਆ ਨੂੰ ਅਗਰ ਅਣਖ ਆ ਤੇ ਕਾਹਦੀ ਅਣਖ ਆ? ਕਿਸ ਅਣਖ 'ਚ ਲੁਕਿਆ ਉੱਥੇ ਜਾ ਕੇ? ਯਹੋਵਾ ਪਰਮੇਸ਼ਰ ਦੇ ਨਾਮ ਨੂੰ ਕੀ ਕਰ ਦਿੱਤਾ? ਤੇਰੇ ਲੋਕਾਂ ਨੇ ਤਿਆਗ ਦਿੱਤਾ। ਪਰਮੇਸ਼ਰ ਨੂੰ ਏਲੀਆ ਵਰਗੇ ਲੋਕਾਂ ਦੀ ਕੀ ਹੈ? ਜ਼ਰੂਰਤ ਆ। ਕਿਹਨਾਂ ਵਰਗਿਆਂ ਦੀ? ਏਲੀਆ ਵਰਗੇ। ਉਹਨਾਂ ਦੀ ਜ਼ਰੂਰਤ ਨਹੀਂ ਜਿਹੜੇ ਨਾ ਪ੍ਰਾਰਥਨਾ, ਨਾ ਆਰਾਧਨਾ, ਨਾ ਵਚਨ, ਨਾ ਸੰਗਤੀ। ਕਦੀ ਕਰ ਲਈ ਅਤੇ ਕਦੀ ਨਹੀਂ ਕੀਤੀ। ਹਰ ਰੋਜ਼ ਜਿਹੜੇ ਪ੍ਰਭੂ ਦੇ ਵਚਨਾਂ 'ਤੇ ਖੜੇ, ਵਚਨਾਂ ਦੇ ਅਨੁਸਾਰ ਚੱਲਦੇ, ਵਚਨ ਨੂੰ ਆਪਣੇ ਜੀਵਨ 'ਚ ਪੂਰਾ ਕਰ ਰਹੇ, ਇਹਨਾਂ ਦੀ ਜ਼ਰੂਰਤ ਆ। ਅਤੇ ਉਹ ਏਲੀਆ ਆ।
ਏਲੀਆ ਨੂੰ ਹੋਰ ਕੋਈ ਅਣਖ ਨਹੀਂ ਆ। ਹੁਣ ਸਾਨੂੰ ਤੇ ਸਾਡੀਆਂ ਅਣਖਾਂ ਨਹੀਂ ਮਾਰ ਛੱਡਦੀਆਂ। ਅੱਜ ਪ੍ਰਭੂ ਪਿੱਛੇ ਚੱਲਣ ਵਾਲੇ ਲੋਕਾਂ ਨੂੰ ਕਾਹਦੀ ਅਣਖ ਆ? ਉਹ ਮੇਰਾ ਅਗਰ ਆਹ ਨਾ ਹੋਇਆ ਤੇ ਕੋਈ ਕੀ ਕਹਿਣਗੇ, ਅਗਰ ਮੈਂ ਆਹ ਨਾ ਕਰ ਸਕਿਆ ਤੇ ਲੋਕੀ ਕੀ ਕਹਿਣਗੇ, ਅਗਰ ਮੈਂ ਉਹ ਨਾ ਕਰ ਸਕਿਆ ਤੇ ਲੋਕੀ। ਸਾਨੂੰ ਤੇ ਸਰੀਰਕ ਅਣਖਾਂ ਹੀ ਬਸ ਮਾਰੀ ਜਾਂਦੀਆਂ। ਤੇ ਸਾਡੇ ਅੰਦਰ ਪਰਮੇਸ਼ਰ ਦੀ ਅਣਖ ਕਿੱਦਾਂ ਆਊਗੀ? ਪਰਮੇਸ਼ਰ ਦੇ ਪ੍ਰਤੀ ਅਣਖ ਕਿੱਦਾਂ ਆਊਗੀ ਸਾਡੇ ਅੰਦਰ? ਇਸ ਲਈ ਅਣਖ ਜਿਹੜੀ ਹੋਣੀ ਆ ਉਹ ਸਾਡੇ ਅੰਦਰ ਹੈ ਨਹੀਂ, ਤੇ ਜਿਹੜੀ ਨਹੀਂ ਹੋਣੀ ਚਾਹੀਦੀ ਉਹ ਕੀ ਹੈ ਸਾਡੇ? ਉਹ ਸਾਡੇ ਅੰਦਰ। ਪ੍ਰਭੂ ਦੇ ਬਾਰੇ, ਪਰਮੇਸ਼ਰ ਦੇ ਪ੍ਰਤੀ ਸਾਡੇ ਅੰਦਰ ਕੀ ਹੋਣੀ ਹੈ? ਅਣਖ ਹੋਣੀ। ਉਹਦੀ ਕਲੀਸਿਆ ਦੇ ਪ੍ਰਤੀ ਸਾਡੇ ਅੰਦਰ ਕੀ ਹੋਣੀ? ਅਣਖ ਹੋਣੀ। ਉਹਦੇ ਲੋਕਾਂ ਦੇ ਪ੍ਰਤੀ ਸਾਡੇ ਅੰਦਰ ਕੀ ਹੋਣੀ ਹੈ? ਅਣਖ ਹੋਣੀ ਹੈ। ਜਿੱਦਾਂ ਏਲੀਆ ਦੇ ਅੰਦਰ ਆ। ਤੇਰੇ ਨਬੀਆਂ ਨੂੰ ਕਹਿੰਦਾ ਕੀ ਕਰ ਦਿੱਤਾ? ਤਲਵਾਰ ਦੇ ਨਾਲ ਵੱਢ ਦਿੱਤਾ। ਇਸ ਲਈ ਅੱਜ ਵੀ ਸੇਵਕ ਲੋਕਾਂ ਨੂੰ ਲਾਲਚ ਦੀ ਤਲਵਾਰ ਨੇ ਕੀ ਕੀਤਾ ਹੈ? ਵੱਢਿਆ ਹੈ। ਲਾਲਚੀ ਬਣੇ ਹੋਏ। ਮੈਂ ਇੱਧਰ ਜ਼ਿਆਦਾ ਰੁਕਣਾ ਨਹੀਂ ਚਾਹੁੰਦਾ। ਜੋ ਵੀ ਮਾਹੌਲ ਆ ਤੁਹਾਡੇ ਕੀ ਆ? ਤੁਹਾਡੀਆਂ ਅੱਖਾਂ ਦੇ ਸਾਹਮਣੇ ਆ। ਸਭ ਕੁਝ ਤੁਸੀਂ ਜਾਣਦੇ। ਮੇਰੇ ਬੋਲਣਾ ਕੋਈ ਜ਼ਿਆਦਾ ਨਹੀਂ, ਤੁਹਾਨੂੰ ਪਤਾ ਲੱਗ ਜਾਣਾ। ਸਾਰੇ ਹਾਲਾਤ ਤੁਹਾਡੇ ਕੀ ਆ? ਸਾਹਮਣੇ ਹੀ ਆ। ਲਾਲਚ ਦੀ ਤਲਵਾਰ ਨੇ ਵੱਢਿਆ ਅੱਜ। ਅੱਗੇ ਹੁਣ ਮੈਂ ਇਕੱਲਾ ਹੀ ਬਾਕੀ ਰਹਿ ਗਿਆ ਹਾਂ। ਹਾਂ, ਇੱਧਰ ਏਲੀਆ ਕੀ ਕਹਿ ਰਿਹਾ? ਏਲੀਆ ਕਹਿੰਦਾ ਮੈਂ ਇਕੱਲਾ ਹੀ ਰਹਿ ਗਿਆ ਹਾਂ, ਪਰ ਉਹ ਮੇਰੀ ਜਾਨ ਕੱਢਣ ਨੂੰ ਮੈਨੂੰ ਲੱਭਦੇ ਫਿਰਦੇ ਹਾਂ। ਕਹਿੰਦਾ ਉਹ ਮੇਰੀ ਜਾਨ ਕੱਢਣ ਨੂੰ ਮੈਨੂੰ ਵੀ ਕੀ ਆ ਭਲਾ? ਲੱਭਦੇ ਪਏ ਆ। ਇਸੇ ਤਰੀਕੇ ਨਾਲ ਮੇਰੇ ਪਿਆਰੋ, ਅੱਜ ਕਲੀਸੀ ਸੰਸਾਰ ਦੇ ਵਿੱਚ ਜਿਹੜਾ ਜੋ ਇੱਕ ਅਸਲੀ ਝੁੰਡਾ, ਖਾਲਸ ਝੁੰਡਾ, ਸੱਚਾ ਝੁੰਡਾ, ਜਿਹੜੇ ਵਚਨ ਦੇ ਨਾਲ ਚੱਲਦੇ ਆ, ਲਾਲਚ ਅੱਜ ਇਹਨਾਂ ਦੇ ਪਿੱਛੇ ਵੀ ਕੀ ਆ? ਹੱਥ ਧੋ ਕੇ ਪਿਆ ਹੋਇਆ। ਸ਼ੈਤਾਨ ਇਹਨਾਂ ਦੇ ਪਿੱਛੇ ਵੀ ਕੀ ਆ? ਪੂਰੇ ਜ਼ੋਰ ਨਾਲ ਪਿਆ। ਇਹਨਾਂ ਨੂੰ ਕਾਮਨਾਵਾਂ ਦੇ ਵਿੱਚ, ਇਹਨਾਂ ਨੂੰ ਇੱਛਾਵਾਂ ਦੇ ਵਿੱਚ, ਅਭਿਲਾਸ਼ਾਵਾਂ ਦੇ ਵਿੱਚ, ਬੁਰੀਆਂ ਸੋਚਾਂ ਦੇ ਅਧੀਨ ਇਹਨਾਂ ਨੂੰ ਕਰ ਦੇਵਾਂ, ਫਸਾ ਦੇਵਾਂ, ਸਿੱਟ ਦੇਵਾਂ। ਔਰ ਬੜਿਆਂ ਨੂੰ ਕੀ ਕਰ ਦਿੱਤਾ? ਸਿੱਟ ਵੀ ਦਿੱਤਾ। ਇਸੇ ਲਈ ਅਸੀਂ ਇੱਕ ਭਜਨ ਗਾਉਂਦੇ ਹੁੰਦੇ ਆ, ਮੁਝਸੇ ਬੜੇ ਭਗਤ ਔਰ ਤਾਕਤ ਵਾਲੇ गिर पड़े इस रण भूमि में, देखता हूँ मैं उनकी हड्डियों के डेरों को, प्रभु की कड़ाई उन पर जो गिर पड़ी। इसलिए कहना मेरे तो ਵੱਡੇ ਭਗਤ ਔਰ ਤਾਕਤ ਵਾਲੇ ਕੀ ਹੋ ਗਏ ਭਲਾ? ਡਿੱਗ ਚੁੱਕੇ। ਕਹਿੰਦੇ ਕਹੁੰਦੇ ਮਸੀਹੀ ਲੋਕ ਕੀ ਹੋ ਚੁੱਕੇ? ਡਿੱਗ ਜਿੱਕਾ ਚ ਡਿੱਗੇ ਭਲਾ? ਲਾਲਚ ਦੇ ਕਾਰਨ। ਔਰ ਏਲੀਆ ਕਹਿੰਦਾ ਮੇਰੇ ਪਿੱਛੇ ਵੀ ਮੇਰੀ ਜਾਨ ਕੱਢਣ ਨੂੰ ਵੀ ਕੀ ਆ? ਉਹ ਪਏ ਹੋਏ ਆ। ਅੱਜ ਵੀ ਸੰਸਾਰ ਦੇ ਜੋ ਸੱਚੀ ਕਲੀਸਿਆ, ਇਹਦੇ ਪਿੱਛੇ ਵੀ ਲਾਲਚ ਕੀ ਆ? ਵਿਚਾਰ, ਬੁਰੀਆਂ ਸੋਚਾਂ, ਬੁਰੇ ਵਿਚਾਰ, ਕਾਮਨਾਵਾਂ ਕੀ ਆ? ਇਹਦੇ ਪਿੱਛੇ ਚੜੀਆਂ ਹੋਈਆਂ। ਬੜੇ ਇਹਦੇ ਕੀ ਹੁੰਦੇ ਜਾ ਰਹੇ? ਗੁਲਾਮ ਹੋ ਕੇ ਡਿੱਗਦੇ ਜਾ ਰਹੇ ਆ। ਅਸੀਂ ਡਿੱਗਣਾ ਨਹੀਂ ਆ। ਸਾਨੂੰ ਪਰਮੇਸ਼ਰ ਨੇ ਡਿੱਗਣ ਲਈ ਕੀ ਨਹੀਂ ਪਾਇਆ? ਡਿੱਗਣ ਲਈ ਹੱਥ ਨਹੀਂ ਪਾਇਆ। ਸਗੋਂ ਕਾਹਦੇ ਲਈ ਹੱਥ ਪਾਇਆ? ਜੈਵੰਤ ਜੀਵਨ ਜੀਣ ਲਈ ਹੱਥ ਪਾਇਆ। ਮਸੀਹੀ ਜੀਵਨ ਡਿੱਗਣ ਦਾ ਜੀਵਨ ਥੋੜ੍ਹੀ। ਕਿਹੜਾ ਜੀਵਨ ਭਲਾ? ਜੈਵੰਤ ਜੀਵਨ ਹੈ ਮਸੀਹੀ ਜ਼ਿੰਦਗੀ। ਇਸ ਲਈ ਪ੍ਰਭੂ ਦੇ ਪਿੱਛੇ ਨਿਕਲ ਆਏ ਤੇ ਡਿੱਗਣ ਲਈ ਨਹੀਂ ਨਿਕਲੇ। ਅਸੀਂ ਜੈ ਪਾਉਣ ਲਈ ਨਿਕਲੇ। ਔਰ ਮੇਰੇ ਪਿਆਰੋ, ਜੈ ਪਾਉਣੀ ਹੈ ਤੇ ਕਠਿਨ ਪਰਿਸਥਿਤੀਆਂ ਦਾ ਸਾਨੂੰ ਕੀ ਕਰਨਾ ਪੈਣਾ? ਸਾਹਮਣਾ ਕਰਨਾ ਹੀ ਪੈਣਾ। ਹਾਲਾਤਾਂ ਦੇ ਵਿੱਚ ਕੀ ਨਹੀਂ ਹੋਣਾ? ਘਬਰਾਉਣਾ ਨਹੀਂ ਹੈ। ਹਰ ਪਰਿਸਥਿਤੀ, ਹਰ ਹਾਲਾਤ 'ਚ ਤੁਸੀਂ ਕਿਹਦੇ ਨਿਕਟ ਰਹਿਣਾ? ਪਰਮੇਸ਼ਰ ਦੇ ਨਿਕਟ ਰਹਿਣਾ। ਔਰ ਪਰਮੇਸ਼ਰ 'ਤੇ ਹੀ ਕੀ ਰਹਿਣਾ? ਨਿਰਭਰ ਰਹਿਣਾ। ਇਸ ਲਈ ਏਲੀਆ ਕਹਿੰਦਾ ਉਹ ਮੇਰੀ ਜਾਨ ਕੱਢ, ਮੈਂ ਹੀ ਬਚਿਆ ਤੇ ਮੇਰੀ ਜਾਨ ਕੱਢਣ ਨੂੰ ਵੀ ਕੀ ਆ? ਉਹ ਪਿੱਛੇ ਪਏ ਹੋਏ ਆ। ਨੈਕਸਟ। ਤਾਂ ਉਸ ਆਖਿਆ, ਅੱਗੇ ਜਾ ਅਤੇ ਯਹੋਵਾ ਦੇ ਸਨਮੁਖ ਪਰਬਤ ਤੇ ਖਲੋ ਜਾ। ਹੁਣ ਉਹ ਆਵਾਜ਼ ਜਿਹੜੀ ਯਹੋਵਾ ਦੀ ਆਵਾਜ਼, ਪਰਮੇਸ਼ਰ ਦੇ ਵਚਨ ਦੀ ਆਵਾਜ਼ ਨੂੰ ਕੀ ਕਹਿ ਰਹੀ ਪਹਿਲਾਂ? ਕਹਿੰਦਾ ਫਿਰ ਇਦਾਂ ਕਰ, ਇੱਧਰੋਂ ਨਿਕਲ ਆ, ਗੁਫਾ ਤੋਂ ਬਾਹਰ ਆ ਤੇ ਥੋੜਾ ਅੱਗੇ ਹੋ। ਅੱਗੇ ਹੋ ਤੇ ਕੀ ਹੋਣਾ ਵਾ ਨਾ? ਕੀ ਹੂੰ? ਅਤੇ ਯਹੋਵਾ ਦੇ ਸਨਮੁਖ ਪਰਬਤ ਤੇ ਖਲੋ ਜਾ। ਹਾਂ, ਕਹਿੰਦਾ ਅੱਗੇ ਆ ਤੇ ਯਹੋਵਾ ਦੇ ਸਨਮੁਖ, ਯਹੋਵਾ ਦੇ ਸਾਹਮਣੇ ਕਿੱਥੇ ਖਲੋ ਜਾ? ਪਰਬਤ ਤੇ ਖਲੋ ਜਾ। ਉਹ ਆਵਾਜ਼ ਉਹਨੂੰ ਕਹਿ ਰਹੀ। ਹਾਂ, ਤਾਂ ਵੇਖੋ ਯਹੋਵਾ। ਹੁਣ ਇੱਧਰ ਧਿਆਨ ਦੇਣਾ। ਮੈਂ ਜੋ ਗੱਲ ਸ਼ੁਰੂ ਕੀਤੀ ਕੀ ਆ? ਜਿਸ ਪਰਮੇਸ਼ਰ ਦੇ ਪਿੱਛੇ ਅਸੀਂ ਨਿਕਲ ਆਏ, ਇਹ ਪਰਮੇਸ਼ਰ ਜਦੋਂ ਸਾਡੇ ਜੀਵਨ 'ਚ ਆ ਜਾਂਦਾ ਤੇ ਜੀਵਨ 'ਚ ਕੀ ਛਾ ਜਾਂਦੀਆਂ? ਫਿਰ ਖੁਸ਼ੀਆਂ ਛਾ ਜਾਂਦੀਆਂ। ਆਸ਼ੀਸ਼ ਔਰ ਬਰਕਤਾਂ ਦੀ ਕੀ ਹੋ ਜਾਂਦੀ? ਬਰਸਾਤ ਹੋ ਜਾਂਦੀ। ਹਾਂਜੀ, ਛੱਪੜ ਪਾੜ ਕੇ ਸਾਨੂੰ ਕੀ ਮਿਲਦੀਆਂ? ਆਸ਼ੀਸ਼ਾਂ ਮਿਲਦੀਆਂ, ਚੰਗਾਈਆਂ ਹੁੰਦੀਆਂ, ਬੜਾ ਕੁਛ ਹੁੰਦਾ। ਇੱਦਾਂ ਹੁੰਦਾ। ਹੱਸ ਰਹੇ ਹੋ। ਹੁਣ ਅੱਜ ਆਪਾਂ ਇਹ ਗੱਲ ਦੇਖਣ ਜਾ ਰਹੇ, ਜਿਸ ਪਰਮੇਸ਼ਰ ਦੇ ਪਿੱਛੇ ਨਿਕਲ ਆਏ ਮੇਰੇ ਪਿਆਰੋ, ਜਦੋਂ ਇਸ ਜ਼ਿੰਦਗੀ 'ਚ ਆਉਂਦਾ ਨਾ ਤੇ ਫਿਰ ਹੁੰਦਾ ਕੀ ਆ? ਅੱਜ ਇਹ ਦੇਖਣ ਲਈ ਚੱਲੇ। ਇਸ ਸਨਮੁਖ ਆ ਜਾ, ਸਾਹਮਣੇ ਆ ਜਾਣਾ, ਫੇਰ ਦੇਖ ਨਜ਼ਾਰਾ।
ਹੁਣ ਇਸ ਲਈ ਅਸੀਂ ਵੀ ਸਮਝਣਾ ਜਿਹਦੇ ਪਿੱਛੇ ਨਿਕਲ ਆਏ, ਜਦੋਂ ਸਾਡੀ ਜ਼ਿੰਦਗੀ 'ਚ ਇਹ ਜਦੋਂ ਹੁੰਦਾ ਜਾਂ ਜਦੋਂ ਅਸੀਂ ਇਹਨੂੰ ਆਪਣਾ ਜੀਵਨ ਸੌਂਪਦੇ ਫਿਰ ਹੁੰਦਾ ਕੀ ਆ, ਉਸ ਗੱਲ ਨੂੰ ਦੇਖ ਲਓ ਜਰਾ। ਹਾਂਜੀ, ਤਾਂ ਵੇਖੋ ਯਹੋਵਾ ਲੰਘਿਆ। ਲੋ ਜੀ, ਕੌਣ ਲੰਘਿਆ? ਕਹਿੰਦੇ ਦੇਖੋ ਫਿਰ ਯਹੋਵਾ ਲੰਘਿਆ। ਮੇਰੇ ਪਿਆਰੋ, ਜਦੋਂ ਪਰਮੇਸ਼ਰ ਸਾਡੇ ਦਾ ਜਾਂ ਜਦੋਂ ਸਾਡੇ ਜੀਵਨ 'ਚ ਹੁੰਦਾ ਹੈ ਉਦੋਂ ਕੀ ਹੁੰਦਾ, ਉਸ ਗੱਲ ਨੂੰ ਦੇਖਣ ਲੱਗੇ। ਹਾਂਜੀ, ਅਤੇ ਇੱਕ ਵੱਡੀ ਤੇ ਜ਼ੋਰ ਦੀ ਹਨੇਰੀ ਨੇ। ਲੋ ਜੀ, ਕਹਿੰਦਾ ਇੱਕ ਵੱਡੀ ਤੇ ਜ਼ੋਰ ਦੀ ਹਨੇਰੀ। ਇਹ ਪਰਮੇਸ਼ਰ ਜਦੋਂ ਸਾਡੇ ਜੀਵਨ 'ਚ ਆਉਂਦਾ ਜਾਂ ਜਦੋਂ ਅਸੀਂ ਇਹਨੂੰ ਆਪਣਾ ਜੀਵਨ ਸੌਂਪ ਦਿੰਦੇ ਨੇ, ਫਿਰ ਜੀਵਨ 'ਚ ਕੀ ਹੁੰਦੀ? ਫਿਰ ਇੱਕ ਵੱਡੀ ਤੇ ਜ਼ੋਰ ਦੀ ਹਨੇਰੀ ਕੀ ਆ? ਆਉਂਦੀ ਆ। ਹੁਣ ਜਦੋਂ ਹਨੇਰੀ ਆਉਂਦੀ ਆ, ਤੁਸੀਂ ਦੇਖਦੇ ਨੇ ਨਾ ਘਰਾਂ ਦੀਆਂ ਛੱਤਾਂ ਸੜਕਾਂ ਵੀ ਕੀ ਹੋ ਜਾਂਦੀਆਂ? ਆਪਣਾ ਕੀ ਹੋ ਜਾਂਦੀਆਂ? ਟੁੱਟ ਜਾਂਦੀਆਂ। ਹਾਂਜੀ, ਨਹੀਂ ਉਹ ਜਿਹੜੀਆਂ ਲੱਗੀਆਂ ਹੁੰਦੀਆਂ ਹਾਂਜੀ, ਧਿਆਨ ਕਰਨਾ, ਸਾਫ਼ ਹੋ ਜਾਂਦੀਆਂ ਛੱਤਾਂ ਵੀ, ਸੜਕਾਂ ਵੀ। ਹਨੇਰੀ ਨਾਲ ਮਿੱਟੀ ਮੁੱਟੀ ਉੱਡ ਜਾਂਦੀ ਨਾ, ਸਾਰੀ ਸਾਫ਼ ਹੋ ਜਾਂਦੀ। ਇਸੇ ਤਰੀਕੇ ਨਾਲ ਜਦੋਂ ਯਹੋਵਾ ਸਾਡੇ ਜੀਵਨ 'ਚ ਹੁੰਦਾ ਨਾ, ਹਨੇਰੀਆਂ ਲੈ ਕੇ ਆਉਂਦਾ। ਫਿਰ ਉਹ ਜ਼ੋਰ ਦੀ ਹਨੇਰੀ, ਉਹਦੇ ਨਾਲ ਜਿਹੜਾ ਘਟਾ ਸਾਡੇ ਚੜਿਆ ਨਾ, ਸਾਡੇ ਤੇ ਸੰਸਾਰ ਦਾ, ਸੰਸਾਰ ਦੀਆਂ ਸੋਚਾਂ ਦਾ, ਸੰਸਾਰ ਦੇ ਵਿਚਾਰਾਂ ਦਾ, ਸੰਸਾਰ ਦੀਆਂ ਕਾਮਨਾਵਾਂ ਦਾ, ਅਭਿਲਾਸ਼ਾ ਦਾ, ਤੇ ਕੀ ਹੁੰਦਾ ਭਲਾ? ਇਸ ਹਨੇਰੀ ਦੇ ਨਾਲ ਉਹ ਸਾਰਾ ਕੀ ਆ, ਮੋਟਾ ਸਾਫ਼ ਕਰਦਾ ਸਾਨੂੰ। ਤੇ ਜਦੋਂ ਜ਼ੋਰ ਦੀ ਹਨੇਰੀ ਹੁੰਦੀ ਤੇ ਸਾਡੇ ਵਰਗੇ ਕੀ ਹੋ ਜਾਂਦੇ? ਡਰ ਜਾਂਦੇ। ਉਹ ਪ੍ਰਭੂ ਹਨੇਰੀ ਕੀ ਆ, ਬੜੀ ਜ਼ੋਰ ਦੀ ਆ ਗਈ ਆ, ਇਹ ਤੇ ਕੰਮ ਹੀ ਕੀ ਹੋ ਗਿਆ? ਖਰਾਬ ਹੋ ਗਿਆ। ਜਦੋਂ ਯਹੋਵਾ ਸਾਡੇ ਜੀਵਨ 'ਚ ਹੁੰਦਾ, ਵੱਡੀ ਤੇ ਜ਼ੋਰ ਦੀ ਹਨੇਰੀ ਹੁੰਦੀ ਹੈ, ਤੇ ਇਹ ਤੋਂ ਘਬਰਾਉਣ ਦੀ ਕੀ ਨਹੀਂ ਹੈ ਸਾਨੂੰ। ਬੜਿਆਂ ਦੇ ਜੀਵਨ 'ਚ ਹਨੇਰੀ ਆਈ ਆ, ਪਰਮੇਸ਼ਰ ਤੇ ਸਫਾਈ ਕਰ ਰਿਹਾ, ਪਰ ਕੀ ਹੋ ਜਾਂਦੇ? ਉਹ ਘਬਰਾ ਜਾਂਦੇ ਕਿ ਪਤਾ ਨਹੀਂ ਕੀ ਹੋਣ ਲੱਗਾ। ਵੱਡੀ ਤੇ ਜ਼ੋਰ ਦੀ ਹਨੇਰੀ ਆਈ। ਹਾਂਜੀ, ਅਤੇ ਇੱਕ ਵੱਡੀ ਤੇ ਜ਼ੋਰ ਦੀ ਹਨੇਰੀ ਨੇ ਪਹਾੜ ਪਾੜ ਸੁੱਟੇ। ਹਾਂ, ਇਹ ਜਦੋਂ ਹਨੇਰੀ ਆਈ ਆ, ਇਹਨੇ ਕੀ ਕਰ ਦਿੱਤੇ ਆ? ਪਹਾੜ ਪਾੜ ਸੁੱਟੇ ਆ। ਨੰਗਿਆ ਕੌਣ ਆ? ਸ਼ੈਤਾਨ। ਯਹੋਵਾ ਨੰਗਿਆ। ਵੱਡੀ ਤੇ ਜ਼ੋਰ ਦੀ ਹਨੇਰੀ ਆਈ ਤੇ ਉਹਨੇ ਕੀ ਕਰ ਦਿੱਤਾ? ਪਹਾੜ ਪਾੜ ਕੇ ਰੱਖ ਦਿੱਤੇ। ਪਹਾੜ ਪਾੜਨ ਦਾ ਮਤਲਬ ਕੀ ਮੇਰੇ ਪਿਆਰੋ? ਸਾਡੀਆਂ ਵੱਡੀਆਂ ਸੋਚਾਂ ਨੂੰ, ਸਾਡੇ ਵਿਚਾਰਾਂ ਨੂੰ ਪਰਮੇਸ਼ਰ ਕੀ ਕਰ ਦਿੰਦਾ? ਪਾੜ ਦਿੰਦਾ ਜਦੋਂ ਸਾਡੇ ਜੀਵਨ 'ਚ ਆਉਂਦਾ। ਤੇ ਅਸੀਂ ਤੇ ਬਣਾਈਆਂ ਵੱਡੀਆਂ ਯੋਜਨਾ ਹੋਈਆਂ, ਵੱਡੇ ਵਿਚਾਰ ਬਣਾਏ ਹੋਏ, ਮੈਂ ਉਹ ਬਣਨਾ, ਮੈਂ ਉਹ ਕਰਨਾ, ਮੈਂ ਇੱਦਾਂ ਕਰਨਾ, ਮੈਂ ਇੱਦਾਂ ਕਰਨਾ। ਸਾਡੀਆਂ ਤੇ ਸੋਚਾਂ ਕੀ ਆ? ਬੜੀਆਂ ਵੱਡੀਆਂ। ਪਰ ਯਹੋਵਾ ਜਦੋਂ ਜੀਵਨ 'ਚ ਆਉਂਦਾ ਕੀ ਹੁੰਦਾ? ਵੱਡੀਆਂ ਸੋਚਾਂ, ਵੱਡੇ ਖਿਆਲਾਂ ਨੂੰ ਕੀ ਕਰ ਦਿੰਦਾ? ਇਹ ਪਾੜ ਕੇ ਰੱਖ ਦਿੰਦਾ। ਜਦੋਂ ਕੌਣ ਦੁਨੀਆ ਕੀ ਸੋਚਦੀ ਹੋਗੀ? ਜਦੋਂ ਯਹੋਵਾ ਆਉਂਦਾ ਤਾਂ ਸਾਨੂੰ ਕੀ ਕਰ ਦਿੰਦਾ? ਅਸੀਂ ਸਾਈਕਲ ਤੋਂ ਸਕੂਟਰ ਤੇ, ਸਕੂਟਰ ਤੋਂ ਮੋਟਰਸਾਈਕਲ ਤੇ, ਮੋਟਰਸਾਈਕਲ ਤੋਂ ਗੱਡੀ ਤੇ, ਗੱਡੀਆਂ 'ਚ ਕਿੱਧਰ ਹੈ ਜੀ? ਜਹਾਜ਼ 'ਚ। ਤੇ ਇੱਧਰ ਕੀ ਹੈ? ਜਦੋਂ ਉਹ ਆਉਂਦਾ ਤੇ ਵੱਡੀਆਂ ਸੋਚਾਂ ਨੂੰ ਕੀ ਕਰ ਦਿੰਦਾ? ਉਹ ਪਾੜ ਕੇ ਰੱਖਦਾ। ਹਾਂ, ਅਤੇ ਯਹੋਵਾ ਦੇ ਅੱਗੇ ਜੀ ਚਟਾਨਾਂ ਨੂੰ ਚੂਰ ਕਰ ਦਿੱਤਾ। ਲਓ ਜੀ, ਫਿਰ ਇਹ ਜਦੋਂ ਆਉਂਦਾ ਸਾਡੇ ਜੀਵਨ 'ਚ ਫਿਰ ਕੀ ਕਰਦਾ? ਚਟਾਨਾਂ ਨੂੰ ਚੂਰ ਕਰਦਾ। ਕਹਿੰਦਾ ਯਹੋਵਾ ਦੇ ਸਨਮੁਖ ਖਲੋ ਜਾ। ਤੇ ਕੌਣ ਲੰਘਿਆ? ਯਹੋਵਾ ਆਇਆ। ਜਦੋਂ ਆਇਆ ਤੇ ਫਿਰ ਕੀ ਹੋਇਆ? ਵੱਡੀ ਤੇ ਜ਼ੋਰ ਦੀ ਹਨੇਰੀ ਨੇ ਪਹਾੜ ਕੀ ਕਰ ਦਿੱਤੇ? ਪਾੜ ਸੁੱਟੇ। ਔਰ ਚਟਾਨਾਂ ਕੀ ਕਰ ਦਿੱਤੀਆਂ? ਚਟਾਨਾਂ ਚੂਰ ਕਰਨਾ ਮਤਲਬ ਕੀ ਆ? ਸਾਡੇ ਰਿਸ਼ਤਿਆਂ ਨੂੰ ਕੀ ਕਰਦਾ ਹੈ? ਚੂਰ ਕਰਦਾ। ਜਿਨ੍ਹਾਂ 'ਚ ਜ਼ਿਆਦਾ ਪਿਆਰ ਵਸਿਆ ਹੈ ਨਾ, ਸਾਡਾ ਭਾਵੁਕ ਹੋ ਜਾਂਦੇ, ਇਮੋਸ਼ਨਲ ਹੋ ਜਾਂਦੇ, ਇਹ ਭੰਨਦਾ ਆ ਕੇ ਉਹਨਾਂ ਨੂੰ ਖਿਲਾਰ ਕੇ ਰੱਖ ਦਿੰਦਾ। ਕਿਉਂਕਿ ਪ੍ਰਭੂ ਚਾਹੁੰਦਾ ਕਿ ਤੇਰਾ ਪਹਿਲਾ ਪਿਆਰ ਕਿਹਦੇ ਨਾਲ ਭਲਾ? ਪਹਿਲਾ ਮੇਰੇ ਨਾਲ। ਦੂਲ ਦੂਸਰਿਆਂ ਨੂੰ ਆ, ਪਹਿਲ ਕਿਹਨੇ ਆ? ਪਹਿਲ ਮੇਰੇ ਨਾਲ। ਤੇ ਸਮੱਸਿਆ ਕੀ ਹੈ? ਕਿਉਂ ਚੂਰ ਕਰਦਾ? ਕਿਉਂਕਿ ਅੱਜ ਸਾਡਾ ਚੂਰ ਕਰਨ ਵਾਲਿਆਂ ਨਾਲ ਪਿਆਰ ਪਹਿਲਾਂ ਆ, ਤੇ ਜਿਹੜਾ ਚੂਰ ਕਰਦਾ ਉਹਦੇ ਨਾਲ ਕੀ ਹੈ ਸਾਡਾ? ਉਹਦੇ ਨਾਲ ਸਾਡਾ ਬਾਅਦ 'ਚ। ਪਰਮੇਸ਼ਰ ਨੂੰ ਪਸੰਦ ਨਹੀਂ ਹੈ। ਇਸ ਲਈ ਜਿਹੜੀ ਚੀਜ਼ ਸਾਨੂੰ ਪ੍ਰਭੂ, ਜਿਸ ਚੀਜ਼ ਦੇ ਕਾਰਨ ਅਸੀਂ ਪਰਮੇਸ਼ਰ ਤੋਂ ਦੂਰ ਹੁੰਦੇ ਨਾ, ਉਹ ਉਸ ਚੀਜ਼ ਨੂੰ ਸਾਡੇ ਤੋਂ ਕੀ ਕਰ ਦਿੰਦਾ? ਉਹ ਚਾਹੇ ਪਰਿਵਾਰ ਆ, ਚਾਹੇ ਬੱਚੇ, ਚਾਹੇ ਪਤਨੀ, ਚਾਹੇ ਰਿਸ਼ਤੇਦਾਰ, ਚਾਹੇ ਭੈਣ ਭਰਾ, ਕੋਈ ਵੀ ਆ। ਇਸ ਲਈ ਅਸੀਂ ਪ੍ਰਭੂ ਨਾਲ ਪਿਆਰ ਪਹਿਲਾਂ ਤੇ ਬਾਕੀਆਂ ਨਾਲ ਪਿਆਰ ਕੀ ਹੈ ਸਾਡਾ ਬਾਅਦ 'ਚ ਹੋਣਾ। ਇਸ ਲਈ ਕਹਿੰਦਾ ਅਬਰਾਹਮ ਆਪਣੇ ਬੇਟੇ ਨੂੰ ਕੀ ਕਰਦੇ? ਦੇਖਾਂ ਤੇ ਸਹੀ, ਅਬਰਾਹਮ ਕੀ ਕਰਦਾ? ਅਬਰਾਹਮ ਵੀ ਕਰਨ ਲਈ ਕੀ ਹੋ ਗਿਆ? ਸਮਝੇ ਕਿ ਨਹੀਂ? ਉਹੀ ਚੀਜ਼ ਤੁਹਾਨੂੰ ਬਲੀਦਾਨ ਕਰਨ ਲਈ ਕਹੂਗਾ ਜਿਹਦੇ ਨਾਲ ਤੁਹਾਡਾ ਸਭ ਤੋਂ ਜ਼ਿਆਦਾ ਕੀ ਆ? ਪਿਆਰ ਆ। ਇਸ ਲਈ ਧਿਆਨ ਰੱਖਣਾ, ਰੱਖੋ ਹੀ ਪਿਆਰ ਉਹਦੇ ਨਾਲ ਪਿਆਰ ਰਹੂਗਾ ਤੇ ਕਿਸੇ ਚੀਜ਼ ਦੇ ਕੀ ਨਹੀਂ ਹੋਵੋਗੇ? ਗੁਲਾਮ ਨਹੀਂ ਹੋਵੋਗੇ। ਤੇ ਜੇ ਗੁਲਾਮ ਹੋਣ ਵਾਲੀ ਚੀਜ਼ਾਂ ਨਾਲ ਪਿਆਰ ਹੋਇਆ ਤੇ ਫਿਰ ਇਹਨੇ ਕੀ ਕਰਨਾ? ਤੁਹਾਨੂੰ
ਉਹਦੇ ਤੋਂ ਦੂਰ ਕਰ ਦੇਣਾ। ਯਾਦ ਰਵੇ ਤੁਹਾਨੂੰ ਇਸ ਗੱਲ ਦੇ ਬਾਰੇ। ਹਾਂਜੀ, ਚਟਾਨਾਂ ਨੂੰ ਚੂਰ ਚੂਰ ਕਰ ਦਿੱਤਾ। ਪਰ ਯਹੋਵਾ ਹਨੇਰੀ ਵਿੱਚ ਨਹੀਂ ਸੀ। ਲੋ ਜੀ, ਇਧਰ ਕੀ ਆ? ਯਹੋਵਾ ਹਨੇਰੀ ਦੇ ਵਿੱਚ ਕੀ ਨਹੀਂ ਹੈ ਭਲਾ? ਹੈ ਹੀ ਨਹੀਂ ਹੈ। ਜੋਰ ਦੀ ਵੱਡੀ ਹਨੇਰੀ ਆਈ ਆ, ਪਹਾੜ ਪਾੜ ਸੁੱਟੇ ਆ, ਚਟਾਨਾਂ ਚੂਰ ਚੂਰ ਕਰ ਦਿੱਤੀਆਂ। ਪਾਸਟਰ ਦੇ ਵੱਡੇ ਫੋਨ ਆਉਂਦਾ, ਪਾਸਟਰ ਫੋਨ ਕਰ ਰਹੇ ਹਾਂ ਜੀ, ਹਾਂ ਕਰਦੇ ਟਰਾਈ ਦਾ ਫੋਨ ਕਰਦੇ ਨੇ ਲਾਓਗੇ। ਦੁਕਾਨ ਤੇ ਹਾਂ, ਤੇ ਚਟਾਨਾਂ ਚੂਰ ਚੂਰ ਕਰ ਦਿੱਤੀਆਂ। ਤੇ ਚਟਾਨਾਂ ਚੂਰ ਚੂਰ ਹੋਣ ਤੋਂ ਬਾਅਦ ਅਸੀਂ ਕੀ ਪੜ ਰਹੇ ਹਾਂ? ਯਹੋਵਾ ਹੈ ਹੀ ਨਹੀਂ। ਮਤਲਬ ਜਦੋਂ ਸਾਡੇ ਜੀਵਨ 'ਚ ਇੰਨੇ ਪਹਾੜ ਵੀ ਟੁੱਟ ਜਾਣਗੇ ਤੇ ਇੱਕ ਟਾਈਮ ਇਦਾਂ ਦਾ ਹੋਣਾ, ਸਾਨੂੰ ਲੱਗਣਾ ਕਿ ਸ਼ਾਇਦ ਯਹੋਵਾ ਪਰਮੇਸ਼ਰ ਸਾਡੇ ਕੀ ਨਹੀਂ ਹੈ, ਸਾਡੇ ਨਾਲ ਨਹੀਂ ਹੈ। ਸ਼ਾਇਦ ਸਾਨੂੰ ਪ੍ਰਭੂ ਨੇ ਕੀ ਕਰ ਦਿੱਤਾ? ਛੱਡ ਦਿੱਤਾ। ਮੂਸਾ ਨੂੰ ਪਰਮੇਸ਼ਰ ਨੇ ਜਦੋਂ 40 ਸਾਲ ਉਜਾੜ 'ਚ ਭੇਜਿਆ ਨਾ ਭੇਡਾਂ ਚਾਰਨ ਲਈ, ਉਧਰ ਬੁਲਾਇਆ, ਟ੍ਰੇਨਿੰਗ ਉਧਰ ਮੂਸਾ ਦੀ। ਹੋ ਸਕਦਾ, ਵਚਨ ਨਹੀਂ ਦਾ ਕਹਿੰਦਾ, ਹੋ ਸਕਦਾ ਮੂਸਾ ਦੇ ਅੰਦਰ ਵੀ ਵਿਚਾਰ ਕੀ ਹੋਇਆ ਹੋਵੇ, ਆਇਆ ਹੋਵੇ 40 ਸਾਲ ਬੋਲਣਾ ਸੌਖਾ। ਜਦੋਂ ਇਹ 40 ਸਾਲ ਦਾ ਟਾਈਮ ਪੀਰੀਅਡ ਲੰਘਦਾ ਉਦੋਂ ਕੀ ਹੋ ਜਾਂਦਾ ਏ? ਉਦੋਂ ਇਹ ਬੜਾ ਔਖਾ ਹੋ ਜਾਂਦਾ। ਤੇ ਮੂਸਾ ਦੇ ਅੰਦਰ ਵੀ ਇਹ ਵਿਚਾਰ ਕੀ ਹੋਇਆ ਹੋਣਾ? ਮੂਸਾ ਦੇ ਅੰਦਰ ਵੀ ਇਹ ਵਿਚਾਰ ਆਇਆ ਹੋਣਾ ਆ ਕਿ ਸ਼ਾਇਦ ਮੈਨੂੰ ਪਰਮੇਸ਼ਰ ਨੇ ਕੀ ਕਰ ਦਿੱਤਾ? ਛੱਡ ਦਿੱਤਾ ਆ। ਸਮਝੇ ਕਿ ਨਹੀਂ? ਉਹਦੇ ਅੰਦਰ ਵੀ ਇਹ ਵਿਚਾਰ ਆਇਆ ਹੋਊਗਾ। ਇਸੇ ਤਰੀਕੇ ਨਾਲ ਸਾਡੇ ਜੀਵਨ 'ਚ ਜਦੋਂ ਅਲੱਗ-ਅਲੱਗ ਘਟਨਾਵਾਂ, ਹਾਲਾਤ, ਪਰਿਸਥਿਤੀਆਂ ਜਦੋਂ ਖਰਾਬ ਹੁੰਦੀਆਂ ਤੇ ਸਾਨੂੰ ਵੀ ਕੀ ਲੱਗਦਾ ਕਿ ਸ਼ਾਇਦ ਪਰਮੇਸ਼ਰ ਨੇ ਮੈਨੂੰ ਕੀ ਕਰ ਦਿੱਤਾ? ਛੱਡ ਦਿੱਤਾ। ਪਰ ਮੇਰੇ ਪਿਆਰੋ, ਛੱਡਿਆ ਨਹੀਂ ਹੈ। ਪਰਮੇਸ਼ਰ ਹੋਣ ਦੇ ਰਿਹਾ। ਕਿਉਂ ਇਦਾਂ ਹੁੰਦਾ ਆ ਕਿ ਦੇਖਣਾ ਚਾਹੁੰਦਾ ਤੇਰੇ ਅੰਦਰ ਕੀ ਆ, ਕਢਾਉਣਾ ਚਾਹੁੰਦਾ ਉਹਨੂੰ ਤਾਂ ਪਤਾ ਹੀ ਆ, ਸਾਨੂੰ ਵੀ ਦੱਸਣਾ ਚਾਹੁੰਦਾ ਤੂੰ ਚੀਜ਼ ਕੀ ਆ। ਐਸ ਪਰਿਸਥਿਤੀ 'ਚ ਪਰਮੇਸ਼ਰ ਸਾਡੇ ਵਿਚਾਰ, ਸਾਡੀਆਂ ਸੋਚਾਂ ਨੂੰ, ਸਾਡੇ ਖਿਆਲਾਂ ਨੂੰ ਕੀ ਕਰਦਾ? ਦੇਖਦਾ। ਹੁਣ ਤੂੰ ਕੀ ਬੋਲਦਾ? ਮੇਰੇ ਪਿਆਰੋ, ਉਹਨੇ ਆਪਣੇ ਸਿੰਘਾਸਨ ਤੇ ਬਿਠਾਉਣਾ ਆ। ਕੋਈ ਛੋਟੀ ਗੱਲ ਨਹੀਂ ਹੈ। ਪਰਮੇਸ਼ਰ ਦੇ ਸਿੰਘਾਸਨ ਦੇ ਬਰਾਬਰ ਅਸੀਂ ਉਹਦੇ ਸਿੰਘਾਸਨ ਤੇ ਬੈਠਣਾ। ਤੇ ਐਵੇਂ ਬਿਠਾ ਲੂਗਾ, ਰਗੜੂਗਾ, ਸਾਨੂੰ ਨਿਖਾਰੂਗਾ, ਸਾਨੂੰ ਹਰ ਪਰਿਸਥਿਤੀਆਂ 'ਚੋਂ ਕੱਢੂਗਾ। ਔਰ ਸਾਡਾ ਰਿਐਕਟ ਕੀ ਆ, ਅਸੀਂ ਕਿੱਦਾਂ ਦਾ ਆਪਣੇ ਆਪ ਨੂੰ ਪੇਸ਼ ਕਰਦੇ ਉਹ ਦੇਖਦਾ, ਨਾਲੇ ਸਾਨੂੰ ਵੀ ਦਿਖਾਉਂਦਾ ਵੀ ਦੇਖ ਲੈ ਤੂੰ ਚੀਜ਼ ਕੀ ਹੈ। ਇਸ ਲਈ ਲੱਗਾ ਚੂਰ ਚੂਰ ਕਰ ਦਿੱਤਾ ਤੇ ਯਹੋਵਾ ਹੈ ਹੀ ਨਹੀਂ ਹੈ। ਉਸ ਤੋਂ ਬਾਅਦ ਤਾਂ ਹਨੇਰੀ ਪਿੱਛੋਂ ਭੁਚਾਲ ਆਇਆ। ਹਾਂ ਲੋ ਜੀ, ਜਦੋਂ ਚਟਾਨਾਂ ਚੂਰ ਚੂਰ ਹੋ ਗਈਆਂ ਤੇ ਕੀ ਆਇਆ ਫਿਰ? ਉਥੋਂ ਪੜਨਾ, ਯਹੋਵਾ ਹੈ ਹੀ ਨਹੀਂ। ਹਾਂ, ਉਹ ਯਹੋਵਾ ਹੈ ਨਹੀਂ ਤੋਂ ਬਾਅਦ ਕੀ ਆ? ਹਨੇਰੀ ਵੀ ਆ ਗਈ ਹੈ, ਪਹਾੜ ਪਾੜ ਸੁੱਟੇ, ਯਹੋਵਾ ਨਹੀਂ ਹੈ। ਫਿਰ ਲਿਖਿਆ ਹਨੇਰੀ ਤੋਂ ਬਾਅਦ ਕੀ ਆਇਆ? ਭੁਚਾਲ ਆ ਗਿਆ। ਮੇਰੇ ਪਿਆਰੋ, ਸਾਡੇ ਜੀਵਨ 'ਚ ਵੀ ਪਰਮੇਸ਼ਰ ਐਸੀ ਘਟਨਾਵਾਂ ਹੋਊਗੀਆਂ ਜਿੰਨਾਂ ਅਸੀਂ ਹਿੱਲ ਜਾਵਾਂਗੇ। ਇਹ ਹੋਇਆ ਕੀ ਆ? ਫਿਰ ਪਤਾ ਕੀ ਹੋਣਾ? ਜਦੋਂ ਦਾ ਅਸੀਂ ਪ੍ਰਭੂ 'ਚ ਆਏ ਹਾਂ ਉਦੋਂ ਤਾਂ ਅਸੀਂ ਕੀ ਹੋ ਗਏ? ਅਸੀਂ ਬਰਬਾਦ ਹੀ ਹੋ ਗਏ। ਜਦੋਂ ਤਾਂ ਅਸੀਂ ਸੱਚਾ ਉਪਦੇਸ਼ ਸੁਣਨਾ ਸ਼ੁਰੂ ਕੀਤਾ, ਅਸੀਂ ਤੇ ਕੀ ਆ? ਉੱਜੜ ਗਏ। ਬੜੇ ਵਿਸ਼ਵਾਸੀ ਲੋਕਾਂ ਦਾ ਕੀ ਆ? ਇਹ ਗਿਲਾ ਰਹਿੰਦਾ। ਜਦੋਂ ਅਸੀਂ ਸੱਚੇ ਉਪਦੇਸ਼ 'ਚ ਆਏ ਉਦੋਂ ਅਸੀਂ ਕੀ ਹੋ ਗਏ? ਅਸੀਂ ਤੇ ਬਰਬਾਦ ਹੋ ਗਏ, ਅਸੀਂ ਤੇ ਖਿਲਰੇ ਗਏ, ਸਾਡਾ ਤਾਂ ਬੇੜਾ ਹੀ ਕੀ ਹੋ ਗਿਆ। ਇਹ ਨਹੀਂ ਪਤਾ ਲੱਗ ਰਿਹਾ ਕਿ ਪਰਮੇਸ਼ਰ ਆਇਆ। ਕੌਣ ਆਇਆ ਜੀ? ਪਰਮੇਸ਼ਰ ਆਇਆ। ਉਹ ਸਾਨੂੰ ਬਣਾਉਣਾ ਚਾਹੁੰਦਾ, ਸਾਨੂੰ ਨਿਖਾਰਨਾ ਚਾਹੁੰਦਾ, ਸਾਨੂੰ ਕੁਝ ਦੱਸਣਾ ਚਾਹੁੰਦਾ। ਘਬਰਾ ਜਾਂਦੇ ਹਾਂ। ਇਸ ਲਈ ਜੀਵਨ 'ਚ ਐਸੀਆਂ ਘਟਨਾਵਾਂ ਭੁਚਾਲ ਵਾਂਗੂ ਵੀ ਹਿਲਾ ਕੇ ਰੱਖ ਦੂਗਾ। ਇਹੋ ਜਿਹੀਆਂ ਘਟਨਾਵਾਂ ਹੋਣਗੀਆਂ ਜਦੋਂ ਉਹ ਸਾਡੇ ਜੀਵਨ 'ਚ ਆਉਂਦਾ। ਘਟਨਾਵਾਂ ਵੱਲ ਨਹੀਂ ਦੇਖਣਾ। ਜ਼ਿਆਦਾਤਰ ਸਮੱਸਿਆ ਕਿ ਵਿਸ਼ਵਾਸੀ ਲੋਕ ਕਿੱਧਰ ਦੇਖਣ ਲੱਗ ਪੈਂਦੇ? ਘਟਨਾਵਾਂ। ਇਹ ਨਹੀਂ ਦੇਖਦੇ ਘਟਨਾਵਾਂ ਦੇ ਪਿੱਛੇ ਕੋਈ ਆ ਰਿਹਾ ਆ। ਤੇ ਜਿਹੜਾ ਘਟਨਾਵਾਂ ਦੇ ਪਿੱਛੇ ਆ ਰਿਹਾ ਉਹ ਘਟਨਾ ਵੱਡੀ ਹੈ ਜਾਂ ਘਟਨਾਵਾਂ ਦੇ ਪਿੱਛੇ ਆਉਣ ਵਾਲਾ ਵੱਡਾ? ਤਾਂ ਫਿਰ ਕਿਹਨੂੰ ਦੇਖਣਾ ਸੀ? ਪਿੱਛੇ ਆਉਣ ਵਾਲੇ ਨੂੰ। ਕਿਉਂਕਿ ਇਹ ਅਸੰਭਵ ਨੂੰ ਕੀ ਕਰ ਸਕਦਾ? ਸੰਭਵ ਕਰਨ ਦੀ ਤਾਕਤ ਰੱਖਦਾ। ਸਮਝੇ ਕਿ ਨਹੀਂ? ਅੱਗੇ ਤਾਂ ਹਨੇਰੀ ਪਿੱਛੋਂ ਭੁਚਾਲ ਆਇਆ। ਲੋ ਜੀ, ਹਨੇਰੀ ਦੇ ਵਿੱਚੋਂ ਭੁਚਾਲ ਆਇਆ। ਹਾਂ, ਪਰ ਯਹੋਵਾ ਭੁਚਾਲ ਵਿੱਚ ਵੀ ਨਹੀਂ ਸੀ। ਹਾਂ, ਯਹੋਵਾ ਭੁਚਾਲ 'ਚ ਵੀ ਕੀ ਆ? ਜਦੋਂ ਇੰਨੇ ਖਤਰਨਾਕ ਦੌਰ ਜੀਵਨ 'ਚ ਚੱਲਣਗੇ ਤੇ ਕੀ ਆ? ਇਹ ਲੱਗਣਾ ਹੀ ਆ ਕਿ ਯਹੋਵਾ ਮੇਰੇ ਨਾਲ ਕੀ ਆ? ਹੈ ਹੀ ਨਹੀਂ ਆ। ਸ਼ਾਇਦ ਨਹੀਂ, ਉਹਨੇ ਮੈਨੂੰ ਛੱਡ ਦਿੱਤਾ। ਐਡੇ ਹਾਲਾਤ ਕਿਉਂ ਮੇਰੇ ਜੀਵਨ 'ਚ ਬੁਰੇ ਹੋ ਗਏ? ਇੰਨਾ ਮੇਰੇ ਨਾਲ ਕਿਉਂ ਖਰਾਬ ਹੋ ਗਿਆ? ਇਹ ਨਹੀਂ ਹੋ ਸਕਦਾ, ਇਹ ਗਲਤ ਆ, ਯਹੋਵਾ ਹੈ ਨਹੀਂ ਆ। ਅਗਰ ਉਹ ਹੋਵੇ ਤਾਂ ਇੱਦਾਂ ਕਿਉਂ ਹੁੰਦਾ ਪਿਆ? ਕਿੰਨੇ ਲੋਕ ਪ੍ਰਭੂ ਦੇ ਪਿੱਛੇ ਚੱਲਦੇ, ਹਾਲਾਤ ਪਰਿਸਥਿਤੀਆਂ ਕੀ ਆ? ਖਰਾਬ ਆ। ਔਰ ਹਾਲਾਤ ਸਹੀ ਕਰਨ ਲਈ ਤੇ ਚਰਚ 'ਚ ਜਾਂਦੇ, ਬੰਦਗੀਆਂ 'ਚ ਜਾਂਦੇ, ਸੰਗਤੀਆਂ ਕਰ ਰਹੇ ਆ ਕਿ ਸਾਡੇ ਵਿਗੜੇ ਹਾਲਾਤ ਕੀ ਹੋ ਜਾਣ। ਪਰ ਇਹ ਨਹੀਂ ਪਤਾ ਵੀ ਆਹ ਕੰਮ ਤੇ ਹੁੰਦਾ ਕਿਹਦੇ ਉਹਨਾਂ ਹੁੰਦਾ? ਇੱਕ ਮਸੀਹੀ ਜੀਵਨ ਵਿਅਕਤੀ ਦੇ ਜੀਵਨ 'ਚ ਹੀ ਤੇ ਐਸੇ ਹਾਲਾਤ ਹੋਣੇ। ਇਹਨਾਂ ਹਾਲਾਤਾਂ ਵਿੱਚੋਂ ਨਿਕਲ ਕੇ ਹਾਲਾਤਾਂ ਤੇ ਜੈ ਪਾ ਕੇ ਉਹਨੇ ਕੀ ਕਰਨਾ? ਆਪਣੇ ਆਪ ਨੂੰ ਸਾਬਤ ਕਰਨਾ ਕਿ ਪ੍ਰਭੂ ਮੈਂ ਤੇਰੇ ਵਚਨ ਦੇ ਬੀਜ ਦੁਆਰਾ ਕੀ ਹੈ ਭਲਾ ਪੈਦਾ ਹੋਇਆ ਹਾਂ। ਸਮਝਾਇਆ ਕਿ ਨਹੀਂ? ਤੇਰੇ ਵਚਨ ਦੇ ਬੀਜ ਦੇ ਦੁਆਰਾ ਪੈਦਾ ਹੋਇਆ। ਕੋਈ
ਅੰਧਕਾਰ ਦੀ ਸ਼ਕਤੀ, ਕੋਈ ਪ੍ਰਸਥਿਤੀ, ਕੋਈ ਹਾਲਾਤ, ਕੋਈ ਮਾਹੌਲ, ਕੋਈ ਬਿਮਾਰੀ, ਕੋਈ ਸਮੱਸਿਆ ਮੈਨੂੰ ਕੀ ਨਹੀਂ ਕਰ ਸਕਦੀ, ਹਿਲਾ ਨਹੀਂ ਸਕਦੀ, ਕਿਉਂਕਿ ਤੇਰਾ ਵਚਨ ਮੇਰੇ ਕਿੱਧਰ ਆ ਭਲਾ, ਮੇਰੇ ਅੰਦਰ ਆ। ਲਿਖਿਆ ਯਹੋਵਾ ਹੈ ਹੀ ਨਹੀਂ। ਹਾਂ ਅੱਗੇ। ਤਾਂ ਭੁਚਾਲ ਦੇ ਪਿੱਛੋਂ ਅੱਗ ਆਈ। ਹਾਂ, ਭੁਚਾਲ ਦੇ ਪਿੱਛੋਂ ਕੀ ਆਇਆ ਭਲਾ? ਹੁਣ ਆਈ ਆ ਅੱਗ। ਤੇ ਅੱਗ ਕੀ ਕਰਦੀ ਹੁੰਦੀ ਜੀ? ਅੱਗ ਉਹ ਸ਼ੋਰ ਵੀ ਕਰਦੀ। ਉਹ ਤੁਹਾਡੀਆਂ ਲੰਘਦੀ ਅੱਗ ਕੀ ਕਰਦੀ? ਸੋਨੇ ਨੂੰ ਕੀ ਕਰਦੀ ਭਲਾ? ਇਹ ਨਖਾਰਦੀ ਆ, ਪਿਘਲਾ ਕੇ ਨਖਾਰਦੀ, ਸਾਫ਼ ਕਰਦੀ। ਤੇ ਬਿਮਾਰੀਆਂ ਦੀ, ਸਮੱਸਿਆਵਾਂ ਦੀ, ਪਰੇਸ਼ਾਨੀਆਂ ਦੀਆਂ ਅੱਗ ਵੀ ਸਾਡੇ ਜੀਵਨ 'ਚ ਹੁੰਦੀ। ਤੇ ਸਾਨੂੰ ਕੀ ਕਰਨਾ ਹੁੰਦੀ? ਸਾਨੂੰ ਨਾਸ਼ ਕਰਨ ਨਹੀਂ ਹੁੰਦੀ, ਸਾਨੂੰ ਕੀ ਕਰਨਾ ਹੁੰਦੀ? ਸਾਨੂੰ ਨਖਾਰਨ ਹੁੰਦੀ ਆ। ਕਿਸੇ ਵੀ ਪ੍ਰਕਾਰ ਦੀ ਪ੍ਰਸਥਿਤੀ ਆ, ਹਾਲਾਤ ਆ, ਸਮੱਸਿਆ ਆ, ਉਹ ਤੋਂ ਘਬਰਾਉਣਾ ਨਹੀਂ। ਇਹ ਆਈ ਆ, ਮੈਨੂੰ ਕੀ ਕਰਨ ਲਈ ਆਈ? ਮੈਨੂੰ ਨਖਾਰਨ ਲਈ ਆਈ ਆ, ਮੈਨੂੰ ਬਣਾਉਣ ਲਈ ਆਈ। ਲਿਖਿਆ ਫਿਰ ਅੱਗ ਆਈ ਆ। ਹਾਂ ਅੱਗੇ। ਤਾਂ ਭੁਚਾਲ ਦੇ ਪਿੱਛੋਂ ਅੱਗ ਆਈ। ਹਾਂ, ਪਰ ਯਹੋਵਾ ਅੱਗ ਦੇ ਵਿੱਚ ਵੀ ਨਹੀਂ ਸੀ। ਭੁਚਾਲ ਆ ਗਿਆ, ਭੁਚਾਲ 'ਚ ਵੀ ਨਹੀਂ ਆ। ਪਹਾੜ ਪਾੜ ਸੁੱਟੇ, ਪਰਮੇਸ਼ਰ ਨਹੀਂ ਆ। ਹੁਣ ਅੱਗ ਆ ਗਈ, ਅੱਗ ਵਿੱਚ ਵੀ ਨਹੀਂ ਆ। ਮਤਲਬ ਕਠਿਨ ਪ੍ਰਸਥਿਤੀਆਂ ਜੋ ਲੰਘੋਗੇ, ਤੁਹਾਡੇ ਅੰਦਰ ਇਹ ਵਿਚਾਰ ਹੋਣੇ ਕਿ ਨਹੀਂ, ਪਰਮੇਸ਼ਰ ਨਾਲ ਹੈ ਹੀ ਨਹੀਂ, ਪਰ ਹੈਗਾ ਉਹ ਨਾਲ ਹੀ ਆ। ਹੈਗਾ ਉਹ ਨਾਲ ਹੀ ਆ, ਸਿਰਫ ਦੱਸਣਾ ਚਾਹੁੰਦਾ ਤੂੰ ਚੀਜ਼ ਕੀ ਆ। ਇਸ ਲਈ ਸਾਡੇ ਵਚਨ ਸਿਖਾਉਣ ਦੇ ਵਿੱਚ ਹਮੇਸ਼ਾ ਇਹ ਗੱਲ ਰਹੀ ਆ, ਸ਼ਾਂਤ ਰਹਿਣ ਦੀ ਕੋਸ਼ਿਸ਼ 'ਚ ਰਹੋ। ਨਹੀਂ ਸ਼ਾਂਤ ਰਹਿ ਹੁੰਦਾ ਉਹਦੇ ਚਰਨਾਂ 'ਚ ਬੈਠੋ। ਪ੍ਰਭੂ ਮੇਰੇ ਲਈ ਕੰਟਰੋਲ ਕਰਨਾ ਕੀ ਆ? ਔਖਾ ਆ, ਮੈਨੂੰ ਬਦਲ ਦੇ। ਹਰ ਪ੍ਰਸਥਿਤੀ 'ਚ ਕੀ ਰਹਿਣਾ? ਸ਼ਾਂਤ। ਕਿਉਂਕਿ ਕੌਣ ਆ ਰਿਹਾ? ਯਹੋਵਾ ਪਰਮੇਸ਼ਰ ਆ ਰਿਹਾ। ਅਗਰ ਇੱਧਰ ਸਾਡੇ CM ਹੀ ਆਉਣਾ ਹੋਵੇ ਨਾ, ਸਾਡੇ ਪੰਜਾਬ ਦਾ, ਤੇ ਕਿੱਦਾਂ ਹਲਚਲ ਪਈ ਹੁੰਦੀ? CM ਆ ਰਿਹਾ, ਤੇ ਇੱਧਰ CM ਆ ਰਿਹਾ। ਕੌਣ ਆ ਰਿਹਾ ਭਲਾ? ਪੂਰੀ ਕਾਇਨਾਤ ਦਾ ਮਾਲਕ। ਤੇ ਵਿਯੋਰ ਦੀ ਵੱਡੀ ਹਨੇਰੀ ਤੇ ਬਣਦੀ ਆ। ਤੇ ਪਹਾੜ ਵੀ ਕੀ ਹੈ ਭਲਾ? ਪਾੜ ਕੇ ਰੱਖਣੇ ਆ ਫਿਰ। ਤੇ ਚੂਰ ਚੂਰ ਵੀ ਕੀ ਆ? ਉਹਨੇ ਕਰਨਾ ਆ। ਭੁਚਾਲ ਵੀ ਆਉਣੇ ਆ, ਅੱਗ ਵੀ ਆਉਣੀ ਆ। ਕਿਉਂਕਿ ਕੌਣ ਆ ਰਿਹਾ? ਪੂਰੀ ਕਾਇਨਾਤ ਦਾ ਮਾਲਕ ਆ ਰਿਹਾ। ਪਰ ਅੱਗ ਵਿੱਚ ਵੀ ਨਹੀਂ ਆ। ਅੱਗੇ। ਤਾਂ ਅੱਗ ਦੇ ਪਿੱਛੇ ਇੱਕ ਹੌਲੀ ਅਤੇ ਨਿੰਮੀ ਆਵਾਜ਼ ਆਈ। ਹਾਂ, ਇਸ ਪ੍ਰਸਥਿਤੀ ਤੋਂ ਬਾਅਦ ਇੱਕ ਹੌਲੀ ਤੇ ਇੱਕ ਨਿੰਮੀ ਜੀ ਕੀ ਆਈ ਆ? ਆਵਾਜ਼ ਆਈ। ਆਵਾਜ਼। ਹਾਂ। ਤਾਂ ਐਂ ਹੋਇਆ ਕਿ ਜਦ ਏਲੀਆ ਨੇ ਸੁਣਿਆ ਤਾਂ ਉਸਨੇ ਆਪਣਾ ਮੂੰਹ ਆਪਣੀ ਗੋਦੜੀ ਵਿੱਚ ਢੱਕ ਲਿਆ। ਹਾਂ, ਜਦੋਂ ਏਲੀਆ ਨੇ ਹੌਲੀ ਤੇ ਨਿੰਮੀ ਜਿਹੀ ਆਵਾਜ਼ ਸੁਣੀ ਨਾ, ਉਹਨੇ ਆਪਣਾ ਮੂੰਹ ਆਪਣੀ ਗੋਦੜੀ 'ਚ ਕੀ ਕਰ ਲਿਆ? ਦੇ ਲਿਆ, ਸਿਰ ਝੁਕਾਇਆ। ਮੇਰੇ ਪਿਆਰੋ, ਜਿਹਦਾ ਸੰਬੰਧ ਪਰਮੇਸ਼ਰ ਨਾਲ ਜੁੜਿਆ ਨਾ, ਉਹ ਘੁਟਨੇ ਟੇਕ ਕੇ ਕਿੱਧਰ ਰਹਿੰਦਾ ਭਲਾ? ਪ੍ਰਭੂ ਦੇ ਚਰਨਾਂ 'ਚ ਬੈਠਦਾ। ਪ੍ਰਭੂ ਦੇ ਅੱਗੇ ਆਪਣਾ ਸਿਰ ਕੀ ਰੱਖਦਾ? ਉਹਦਾ ਸਿਰ ਸਿਰਫ ਪਰਮੇਸ਼ਰ ਅੱਗੇ ਝੁਕਦਾ, ਆਪਣੀ ਇੱਛਾ ਕਾਮਨਾ ਅਭਿਲਾਸ਼ਾ ਦੇ ਅੱਗੇ ਨਹੀਂ ਝੁਕਦਾ। ਤੇ ਆਏ ਤੇ ਪ੍ਰਭੂ ਦੇ ਪਿੱਛੇ ਚੱਲਣ ਵਾਲੇ ਲੋਕਾਂ ਦਾ ਸਿਰ ਕਿੱਥੇ ਕਿੱਥੇ ਝੁਕਦਾ ਭਲਾ? ਇਹ ਤੁਸੀਂ ਦੇਖ ਲਓ। ਬੁਰੀਆਂ ਸੋਚਾਂ ਦੇ ਅੱਗੇ, ਬੁਰੇ ਵਿਚਾਰਾਂ ਦੇ ਅੱਗੇ, ਕਾਮਨਾਵਾਂ ਦੇ ਅੱਗੇ, ਅਭਿਲਾਸ਼ਾਵਾਂ ਦੇ ਅੱਗੇ, ਫੋਨਾਂ ਦੇ ਅੱਗੇ, ਇੰਟਰਨੈਟ ਦੇ ਅੱਗੇ, ਕਿੱਥੇ ਕਿੱਥੇ ਝੁਕਦਾ ਹੈ? ਹਰ ਜਗ੍ਹਾ ਝੁਕਦਾ। ਤੇ ਬਾਅਦ ਵਿੱਚ ਫੇਰ ਚੌੜਾ ਹੋ ਕੇ ਬਹਿ ਜਾਂਦਾ, ਯਿਸੂ ਆ ਰਿਹਾ ਤੇ ਮੈਂ ਕੀ ਹੈ ਭਲਾ? ਮੈਂ ਜਾ ਰਿਹਾ। ਏਲੀਆ ਨੇ ਜਦੋਂ ਆਵਾਜ਼ ਸੁਣੀ ਤੇ ਕੀ ਆ? ਉਹਦਾ ਸਿਰ ਉਹਨੇ ਆਪਣੀ ਗੋਦੜੀਆਂ 'ਚ ਲਿਆ। ਕਿਉਂਕਿ ਆਵਾਜ਼ ਕਿਸੇ ਵਿਅਕਤੀ ਦੀ ਨਹੀਂ ਹੈ, ਯਹੋਵਾ ਪਰਮੇਸ਼ਰ ਦੀ, ਉਹਦੇ ਬਣਾਉਣ ਵਾਲੇ ਦੀ ਆਵਾਜ਼ ਆ। ਕਿੰਨੀ ਖਤਰਨਾਕ ਮਾਹੌਲ 'ਚੋਂ ਆ ਰਿਹਾ ਉਹ। ਇਸ ਲਈ ਯਹੋਵਾ ਜਦੋਂ ਜੀਵਨ 'ਚ ਆਉਂਦਾ ਨਾ, ਤੇ ਫਿਰ ਆਹ ਬਣਾਉਂਦਾ ਆ ਸਾਨੂੰ। ਕੀ ਭਲਾ? ਦੇਖ ਲਓ। ਫਿਰ ਸਿਰਫ ਯਹੋਵਾ ਦੇ ਅੱਗੇ ਸਿਰ ਝੁਕਣਾ। ਕਿਉਂਕਿ ਆਵਾਜ਼ ਕੀ ਕਰ ਲਈ ਆ? ਆਵਾਜ਼ ਸੁਣ ਲਈ ਆ। ਇਸ ਆਵਾਜ਼ ਨੇ ਮੈਨੂੰ ਕੀ ਦਿੱਤਾ? ਮੈਨੂੰ ਸਕੂਨ ਦਿੱਤਾ। ਜਦ ਇਹ ਆਵਾਜ਼ ਆ ਜਾਂਦੀ, ਫਿਰ ਦੁਨੀਆ ਦੀ ਪ੍ਰਸਥਿਤੀ, ਦੁਨੀਆ ਦੇ ਹਾਲਾਤ ਸਾਨੂੰ ਕੀ ਨਹੀਂ ਕਰਦੇ? ਸਾਨੂੰ ਹਿਲਾ ਨਹੀਂ ਸਕਦੇ, ਜਿਹਨੂੰ ਇਹ ਆਵਾਜ਼ ਆ ਜਾਂਦੀ। ਇਸ ਲਈ ਫਿਰ ਅਗਰ ਕਿਹਦੇ ਅੱਗੇ ਝੁਕਦਾ ਸਿਰ? ਸਿਰਫ ਯਹੋਵਾ ਪਰਮੇਸ਼ਰ ਦੇ ਅੱਗੇ। ਅੱਗੇ। ਤਾਂ ਉਸਨੇ ਆਪਣਾ ਮੂੰਹ ਆਪਣੀ ਗੋਦੜੀ ਵਿੱਚ ਢੱਕ ਲਿਆ। ਹਾਂ। ਅਤੇ ਬਾਹਰ ਨਿਕਲ ਕੇ ਗੁਫਾ ਦੇ ਮੂੰਹ ਉੱਤੇ ਹੋ ਖਲੋਤਾ। ਹਾਂ, ਬਸ ਜਿਹੜੀ ਆਪਾਂ ਗੱਲ ਲਈ ਆ, ਗੋਦੜੀ ਵਿੱਚ ਕੀ ਕਰ ਲਿਆ? ਸਿਰ ਢੱਕ ਲਿਆ। ਇਸੇ ਤਰੀਕੇ ਨਾਲ ਮੇਰੇ ਪਿਆਰੋ, ਸਾਡਾ ਸਿਰ ਸਿਰਫ ਯਹੋਵਾ ਪਰਮੇਸ਼ਰ ਦੇ ਅੱਗੇ, ਯਹੋਵਾ ਪਰਮੇਸ਼ਰ ਅੱਗੇ ਝੁਕਿਆ ਹੋਊਗਾ। ਤੇ ਸਾਡੇ ਸਿਰ ਨੂੰ ਕੀ ਰੱਖੂਗਾ? ਹਮੇਸ਼ਾ ਉੱਚਾ ਰੱਖੂਗਾ। ਅਗਰ ਇਸ ਸੰਸਾਰ ਦੇ ਅੱਗੇ ਝੁਕਿਆ ਤੇ ਪ੍ਰਭੂ ਦੇ ਅੱਗੇ, ਤੁਹਾਡਾ ਸੰਸਾਰ ਦੇ ਅੱਗੇ ਸਿਰ ਝੁਕਿਆ ਤੇ ਪ੍ਰਭੂ ਦੇ ਅੱਗੇ ਕੀ ਝੁਕੂਗਾ ਸਾਡਾ? ਪ੍ਰਭੂ ਦੇ ਅੱਗੇ ਅਸੀਂ ਨਮੋਸ਼ੀ ਨਾਲ ਖੜੇ ਹੋਵਾਂਗੇ। ਪਰ ਜੇ ਪ੍ਰਭੂ ਅੱਗੇ ਝੁਕਾ ਕੇ ਚੱਲਾਂਗੇ ਤੇ ਸੰਸਾਰ 'ਚ ਕੀ ਆ? ਅਸੀਂ ਸਿਰ ਚੱਕ ਕੇ ਤੁਰਨ ਵਾਲੇ ਹੋਵਾਂਗੇ। ਹਰ ਚੀਜ਼ ਨੂੰ ਅਸੀਂ ਉਹਦੇ ਗੁਲਾਮ ਨਹੀਂ ਹੋਵਾਂਗੇ। ਸੰਸਾਰ ਦੀਆਂ ਚੀਜ਼ਾਂ ਨੂੰ, ਸੰਸਾਰ ਦੀਆਂ ਕਾਮਨਾਵਾਂ ਨੂੰ ਅਸੀਂ ਕੀ ਕਰਾਂਗੇ? ਮਸੀਹ ਦਾ ਗੁਲਾਮ ਕਰ ਦੇਵਾਂਗੇ। ਹਾਲੇਲੂਇਆ। ਇਸ ਕਰਕੇ ਇਸ ਵਚਨ 'ਚ ਅਸੀਂ ਕੀ ਦੇਖਿਆ?
ਜਦੋਂ ਯਹੋਵਾ ਸਾਡੇ ਜੀਵਨ 'ਚ ਆਉਂਦਾ ਫਿਰ ਕੀ ਕਰਦਾ। ਦੁਨੀਆ ਸਮਝਦੀ ਯਹੋਵਾ ਜੀਵਨ 'ਚ ਆਉਂਦਾ ਤੇ ਐਸ਼ਾ ਆ ਜਾਂਦੀਆਂ, ਮੌਜ ਮਸਤੀ ਹੁੰਦੀ, ਆਸ਼ੀਸ਼ਾਂ ਬਰਕਤਾਂ ਹੁੰਦੀਆਂ, ਪਰ ਆਉਂਦੀਆਂ ਪਰ ਪਹਿਲਾਂ ਕੀ ਹੁੰਦਾ, ਪਹਿਲਾਂ ਆਹ ਚੀਜ਼ਾਂ ਵਿੱਚੋਂ ਸਾਨੂੰ ਕੱਢਦਾ। ਉਹ ਕਿਉਂ ਕੱਢਦਾ ਕਿ ਜਦੋਂ ਇਹਦੇ ਕੋਲ ਸੰਸਾਰ ਦੀ ਕੋਈ ਆਸ਼ੀਸ਼ ਆਵੇ ਤੇ ਉਹਦਾ ਕੀ ਨਾ ਹੋਵੇ, ਗੁਲਾਮ ਨਾ ਹੋ ਜਾਏ। ਪਰ ਦੁਨੀਆ ਕੀ ਹੋ ਜਾਂਦੀ, ਘਬਰਾ ਜਾਂਦੀ। ਘਬਰਾਉਣਾ ਨਹੀਂ, ਮੈਂ ਪਰਿਸਥਿਤੀ ਨੂੰ ਨਹੀਂ ਦੇਖਣਾ, ਪਰਿਸਥਿਤੀ ਦੇ ਪਿੱਛੇ ਆਉਣ ਵਾਲੇ ਨੂੰ ਕੀ ਕਰਨਾ ਭਲਾ, ਦੇਖਣਾ ਹੈ। ਆਈਏ ਆਪਣੀ ਅੱਖਾਂ ਨੂੰ ਬੰਦ ਕਰਦੇ, ਸਿਰਾਂ ਝੁਕਾਉਂਦੇ, ਪ੍ਰਾਰਥਨਾ ਕਰਦੇ। ਸਰਵਸ਼ਕਤੀਮਾਨ ਪਿਤਾ, ਤੇਰਾ ਧੰਨਵਾਦ ਕਰਦਾ ਪ੍ਰਭੂ, ਇਸ ਛੋਟੇ ਮੈਸੇਜ ਦੇ ਦੁਆਰਾ ਮੇਰੇ ਨਾਲ ਔਰ ਆਪਣੇ ਲੋਕਾਂ ਦੇ ਨਾਲ ਗੱਲ ਕੀਤੀ ਹੈ। ਮੈਂ ਤੇਰਾ ਧੰਨਵਾਦ ਕਰਦਾ ਪਿਤਾ, ਇਹਨਾਂ ਵਚਨਾਂ ਦੇ ਦੁਆਰਾ ਸਾਨੂੰ ਆਸ਼ੀਸ਼ ਦਿਓ ਪ੍ਰਭੂ। ਤੇਰਾ ਵਚਨ ਸੁਣਾਉਣ ਵਾਲੇ ਜਾਂ ਸੁਣਨ ਵਾਲੇ ਹੀ ਨਹੀਂ, ਬਲਕਿ ਤੇਰੇ ਵਚਨ ਦੇ ਅਨੁਸਾਰ ਚੱਲਣ ਵਾਲੇ ਬਣਾ ਪਿਤਾ। ਸਾਡੇ ਜੀਵਨਾਂ ਵਿੱਚ ਤੇਰੀ ਮਹਿਮਾ, ਤੇਰਾ ਜਲਾਲ ਜ਼ਾਹਰ ਹੋ, ਤੇਰੀ ਇੱਛਾ ਯੋਜਨਾ ਨੂੰ ਖੁਦਾਵੰਦ ਜਾਣ ਕੇ ਸਮਝ ਕੇ ਚੱਲ ਸਕੇ। ਤੂੰ ਕਿਰਪਾ ਦੇ, ਤੇਰਾ ਫਜ਼ਲ ਭਰਿਆ ਚਾਹੁੰਦੇ ਹਾਂ, ਤੇਰੀ ਮਹਿਮਾ ਜਲਾਲ ਜ਼ਾਹਰ ਹੋ। ਯੀਸ਼ੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ।